ਪੰਜਾਬ ਮੇਲ ਯੂਐਸਏ ਟੀਵੀ ਚੈਨਲ ਦੇ ਪਿਆਰੇ ਦਰਸ਼ਕੋ, ਮੈਂ ਹਾਂ ਸੀਨੀਅਰ ਜਰਨਲਿਸਟ ਬਲਕਾਰ ਸਿੰਘ ਤੇ ਅੱਜ ਅਸੀਂ ਤੁਹਾਨੂੰ ਉਸ ਗ੍ਰੇਟ ਪਰਸਨੈਲਿਟੀ ਨਾਲ ਮਿਲਾ ਰਹੇ ਹਾਂ ਜਿਨ੍ਹਾਂ ਨੇ ਨਾ ਕੇਵਲ ਪੰਜਾਬ ਲਈ ਸਗੋਂ ਅੰਤਰਰਾਸ਼ਟਰੀ ਤੌਰ ਤੇ ਲੋਕਾਂ ਨਾਲ ਮੇਲ ਜੋਲ ਰੱਖਿਆ ਔਰ ਹਰ ਤਰ੍ਹਾਂ ਦੇ ਸਫੀਅਰ 'ਚ ਉਹਨਾਂ ਨੇ ਯੋਗਦਾਨ ਪਾਇਆ। ਜਿਵੇਂ ਖੇਤੀਬਾੜੀ ਹੈ, ਜਿਵੇਂ ਪੋਲੀਟੀਸ਼ੀਅਨ ਹੈ, ਜਿਵੇਂ ਐਜੂਕੇਸ਼ਨ ਹੈ, ਜਿਵੇਂ ਲੋੜਵੰਦਾਂ ਦੀ ਮਦਦ ਕਰਨਾ ਵੀ ਉਹਨਾਂ ਦਾ ਮਨਸ਼ਾ ਰਿਹਾ। ਔਰ ਮੇਰਾ ਖਿਆਲ ਹੈ ਕਿ ਮੈਂ ਅੱਜ ਉਹਨਾਂ ਨੂੰ ਇਸ ਸਟੂਡੀਓ 'ਚ ਬੁਲਾ ਕੇ ਤੁਹਾਡੇ ਸਨਮੁਖ ਕਰਾਂ ਤੇ ਮੇਰੀ ਮੁਰਾਦ ਹੈ ਹਰਬੰਸ ਸਿੰਘ ਚੰਦੀ ਜੀ ਹੋਰਾਂ ਨਾਲ, ਜਿਹੜੇ ਸਾਡੇ ਸਟੂਡੀਓ ਵਿੱਚ ਤਸ਼ਰੀਫ ਫਰਮਾ ਨੇ। ਚੰਦੀ ਸਾਹਿਬ, ਤੁਹਾਨੂੰ ਨਿੱਘੀ ਜੀ ਆਇਆਂ ਨੂੰ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਅਸੀਂ ਇਹ ਚਾਹੁੰਦੇ ਹਾਂ ਕਿ ਸਾਡੇ ਦਰਸ਼ਕ ਇਸ ਗੱਲ ਤੋਂ ਜਾਣੂ ਹੋਣ ਕਿ ਤੁਹਾਡਾ ਸਭ ਤੋਂ ਪਹਿਲਾਂ ਇਸ ਏਰੀਏ 'ਚ ਕਿੱਥੇ ਜਨਮ ਹੋਇਆ ਤੇ ਔਰ ਤੁਸੀਂ ਕਿੰਨੀ ਕੁ ਪੜ੍ਹਾਈ ਕੀਤੀ ਤੇ ਇਸ ਵੇਲੇ ਕਿ ਤੁਹਾਡੇ ਪਰਿਵਾਰ ਵਿੱਚ ਕਿੰਨਾ ਕੁ ਪਰਿਵਾਰ ਕਿਸ ਤਰ੍ਹਾਂ ਖਿੜਿਆ ਹੈ। ਸਰ ਬਲਕਾਰ ਸਿੰਘ, ਮੇਰਾ ਜਨਮ ਜਲੰਧਰ ਜ਼ਿਲ੍ਹੇ ਦੇ ਵਿੱਚ ਲੋਹੀਆਂ ਦੇ ਲਾਗੇ ਪਿੰਡ ਫੁੱਲ ਘੁੱਦੂਵਾਲ ਦੇ ਵਿੱਚ 10 ਮਈ 1951 ਨੂੰ ਹੋਇਆ। ਅੱਛਾ ਜੀ। ਔਰ ਪਿੰਡ ਦੀ ਜਿਹੜੀ ਸਕੂਲ ਆ ਪ੍ਰਾਇਮਰੀ, ਉੱਥੇ ਮੈਂ ਪ੍ਰਾਇਮਰੀ ਐਜੂਕੇਸ਼ਨ ਲੈ ਕੇ ਜੀ 10ਵੀਂ ਦੀ ਜਿਹੜੀ ਐਜੂਕੇਸ਼ਨ ਆ ਗੌਰਮੈਂਟ ਹਾਈ ਸਕੂਲ ਲੋਹੀਆਂ ਤੋਂ ਲਈ। ਔਰ ਉਸ ਤੋਂ ਬਾਅਦ ਮੈਂ ਹਾਇਰ ਐਜੂਕੇਸ਼ਨ ਲੈਲਪੁਰ ਖਾਲਸਾ ਕਾਲਜ ਜਲੰਧਰ ਤੋਂ ਲਈ। ਔਰ ਪੜ੍ਹਨ ਦੇ ਨਾਲ ਹੀ ਮੈਂ ਜਦੋਂ ਕਾਲਜ ਪੜ੍ਹਦਾ ਸੀ, ਮੇਰੇ ਵਿੱਚ ਰੁਚੀ ਸੀ ਕਿ ਮੈਂ ਕੋਈ ਇੱਕ ਵੀ ਚੰਗਾ ਬਿਜ਼ਨਸਮੈਨ ਬਣਾ। ਔਰ ਮੇਰੇ ਫਾਦਰ ਸਾਹਿਬ ਦੀ ਖਾਸ ਸੀ ਕਿ ਮੇਰਾ ਬੇਟਾ ਪੜ੍ਹ ਲਿਖ ਕੇ ਚੰਗਾ ਕੋਈ ਅਫਸਰ ਬਣੇ ਜੀ। ਲੇਕਿਨ ਮੈਂ ਚਾਹੁੰਦਾ ਸੀ ਕਿ ਮੈਂ ਇੱਕ ਅੱਛਾ ਬਿਜ਼ਨਸਮੈਨ ਬਣਾ। ਔਰ ਪਰਮਾਤਮਾ ਨੇ ਮੈਨੂੰ ਬੜੇ ਮੌਕੇ ਦਿੱਤੇ ਔਰ ਮੈਂ ਇੱਕ ਚੰਗਾ ਸ਼ਹਿਰ ਦੇ ਵਿੱਚ ਆਪਣਾ ਬਿਜ਼ਨਸ ਸੈਟਲ ਕਰਕੇ ਅੱਜ ਜਲੰਧਰ ਸ਼ਹਿਰ ਦੇ ਵਿੱਚ ਹੀ ਮੇਰਾ ਘਰ ਹੈ, ਇੱਥੇ ਰਹਿਣਾ। ਔਰ ਤੁਸੀਂ ਪਰਿਵਾਰ ਦੀ ਗੱਲ ਕੀਤੀ ਜੀ। ਮੇਰੀ ਸ਼ਾਦੀ ਮਹਿਤਪੁਰ ਦੇ ਲਾਗੇ ਪਿੰਡ ਆ ਨਕੋਦਰ ਲਾਗੇ ਅਸਮੈਲਪੁਰ ਜੀ 1977 ਦੇ ਵਿੱਚ ਮੇਰੀ ਸ਼ਾਦੀ ਹੋਈ ਜੀ। ਔਰ ਮੇਰੇ ਸ਼ਾਦੀ ਤੋਂ ਬਾਅਦ ਮੇਰੇ 2 ਬੱਚੇ, ਇੱਕ ਬੇਟੀ ਔਰ ਬੇਟਾ। ਬੇਟੀ ਮੇਰੀ ਵੱਡੀ ਆ ਔਰ ਬੇਟਾ ਉਸ ਤੋਂ ਬਾਅਦ 2.5 ਸਾਲ ਬਾਅਦ ਹੋਇਆ ਜੀ। ਉਹ ਅੱਜ ਵੀ ਆਪਣੇ ਖੇਤਰ ਦੇ ਵਿੱਚ ਆਪਣੀਆਂ ਮੱਲਾਂ ਮਾਰ ਰਿਹਾ। ਵਾਹ। ਤੁਸੀਂ ਦੱਸਿਆ ਕਿ ਤੁਹਾਡੀ ਪੜ੍ਹਾਈ ਜਲੰਧਰ ਦੇ ਇਰਦ ਗਿਰਦ ਹੀ ਹੋਈ ਆ ਔਰ ਅੱਛੀ ਹਾਈਲੀ ਕੁਆਲੀਫਾਈਡ ਜੇ ਤੁਸੀਂ, ਔਰ ਜਿਹੜਾ ਮਨ ਤੁਹਾਡਾ ਜਿੱਧਰ ਚੱਲਿਆ ਉਹ ਤੁਸੀਂ ਬਿਜ਼ਨਸ ਵਾਲੇ ਪਾਸੇ ਗਏ, ਕਿਉਂਕਿ ਮਾਂ ਪਿਓ ਤਾਂ ਇਹੀ ਚਾਹੁੰਦਾ ਸੀਗਾ ਕਿ ਸਾਡੇ ਕੋਲ ਬਹੁਤ ਕੁਛ ਹੈਗਾ, ਜਾਇਦਾਦ ਵੱਲੋਂ ਤੁਹਾਡੇ ਕੋਲ ਪ੍ਰੋਪਰਟੀ ਵੱਲੋਂ ਤਾਂ ਕੋਈ ਘਾਟ ਨਹੀਂ ਸੀ, ਪਰ ਉਹ ਚਾਹੁੰਦੇ ਸੀ ਕਿ ਤੁਹਾਨੂੰ ਕੋਈ ਵੱਡਾ ਅਫਸਰ ਬਣਾਉਣਾ। ਪਰ ਤੁਹਾਡਾ ਖਿਆਲ ਬਿਜ਼ਨਸ ਵੱਲ ਆਇਆ, ਪਰ ਤੁਹਾਡੀ ਕਾਮਯਾਬੀ ਪੂਰੇ ਜ਼ੋਰਾਂ ਨਾਲ ਰਹੀ ਹੈ ਇਹਦੇ ਬਿਜ਼ਨਸ ਦੇ ਵਿੱਚ। ਮੇਰਾ ਖਿਆਲ ਹੈ ਕਿ ਸਾਡੇ ਦਰਸ਼ਕ ਵੀ ਇਹਨਾਂ ਨੂੰ ਜਾਣਦੇ ਹੋਣਗੇ ਔਰ ਸਾਡੇ ਇਰਦ ਗਿਰਦ ਸਾਰੇ ਪੰਜਾਬ ਦੇ ਨਿਵਾਸੀ ਇਹਨਾਂ ਦੇ ਸਾਰੇ ਕੰਮ ਤੋਂ ਵਾਕਫ ਨੇ। ਔਰ ਇਹਨਾਂ ਦੇ ਨਾਲ ਦੂਜੀ ਗੱਲ ਸਾਡੀ ਇਹ ਜੁੜਦੀ ਹੈਗੀ ਆ ਕਿ ਇਹਨਾਂ ਨੇ ਸ਼ਾਇਦ ਟਰਾਂਸਪੋਰਟ ਦਾ ਵੀ ਤੁਸੀਂ ਕੋਈ ਕੰਮ ਸ਼ੁਰੂ ਕੀਤਾ ਸੀ, ਕਿ ਟਰੱਕਾਂ ਦਾ ਵੀ ਔਰ ਗੱਡੀਆਂ ਦਾ ਵੀ ਬੜਾ ਕੁਝ ਤੁਹਾਡਾ ਰਿਹਾ ਹੈ। ਇਹਦੇ ਪਿੱਛੇ ਕੀ ਗੱਲ ਸੀ? ਸਰ ਬਲਕਾਰ ਸਿੰਘ, ਜਿਸ ਤਰ੍ਹਾਂ ਮੈਂ ਦੱਸਿਆ ਕਿ ਮੈਨੂੰ ਇੱਕ ਚੰਗਾ ਬਿਜ਼ਨਸਮੈਨ ਬਣਨ ਦੀ ਟੈਕਨੀਕਲ ਮਹਾਰਤ ਦੀ ਮੈਨੂੰ ਪੜ੍ਹਦੇ ਨੂੰ ਸ਼ੌਕ ਸੀ ਕਿ ਮੈਂ ਟੈਕਨੀਕਲ ਕੋਈ ਐਸਾ ਕੰਮ ਕਰਾਂ ਜਿਹਦੇ ਨਾਲ ਮੇਰੇ ਹੱਥ ਦੇ ਵਿੱਚ ਕੋਈ ਐਸੀ ਮਹਾਰਤ ਹੋਵੇ ਜਿਹਦੇ ਨਾਲ ਮੈਂ ਇੱਕ ਬੜਾ ਚੰਗਾ ਜੀਵਨ ਆਪਣਾ ਬਣਾ ਸਕਾਂ। ਔਰ ਉਸੇ ਤਰ੍ਹਾਂ ਹੀ ਮੇਰੀ ਸੋਚ ਅਨੁਸਾਰ ਹੀ ਪਰਮਾਤਮਾ ਨੇ ਮੈਨੂੰ ਐਸਾ ਰਸਤਾ ਦਿਖਾਇਆ ਕਿ ਜਦੋਂ ਮੈਂ ਖਾਲਸਾ ਕਾਲਜ ਪੜ੍ਹਦਾ ਸੀ ਉਦੋਂ ਹੀ ਮੈਂ ਲਾਡੋਲੀ ਰੋਡ 'ਤੇ ਸਭ ਤੋਂ ਪਹਿਲਾਂ ਮੈਂ ਪੰਪ ਨੋਜ਼ਲਾਂ ਦਾ ਜਿਹੜਾ ਕੰਮ ਆ ਉਹ ਸਿੱਖਣਾ ਸ਼ੁਰੂ ਕੀਤਾ। ਬੜੀ ਹੈਰਾਨਗੀ ਦੀ ਗੱਲ ਆ ਕਿ ਪੜ੍ਹਦੇ ਬੱਚੇ ਕਦੇ ਵੀ ਇੱਦਾਂ ਰੁਚੀ ਨਹੀਂ ਰੱਖਦੇ ਔਰ ਮੈਨੂੰ ਪਰਮਾਤਮਾ ਨੇ ਕੰਮ ਜ਼ਿਆਦਾ ਰੱਖਦੇ ਆ। ਹਾਂ, ਅਕਸਰ ਕਾਲਜਾਂ ਵਿੱਚ ਬੱਚੇ ਜਦੋਂ ਦਾਖਲ ਹੁੰਦੇ ਆ ਉਹਨਾਂ ਦਾ ਜਿਹੜਾ ਧਿਆਨ ਆ ਉਹ ਪੜ੍ਹਾਈ ਦੇ ਨਾਲ ਹੋਰ ਕੰਮਾਂ ਵਿੱਚ ਜਾਂ ਇੱਧਰ ਉੱਧਰ ਫਿਰਨ ਵੱਲ ਧਿਆਨ ਜ਼ਿਆਦਾ ਹੁੰਦਾ। ਔਰ ਮੈਂ ਪੜ੍ਹਦਾ ਹੀ ਪੰਪ ਨੋਜ਼ਲਾਂ ਦਾ ਕੰਮ ਜਿਹੜਾ ਲਾਡੋਲੀ ਰੋਡ 'ਤੇ ਸਰ ਨਿਰਮਲ ਸਿੰਘ ਨਾਰਦਰਨ ਡੀਜ਼ਲ ਸਰਵਿਸ 'ਤੇ ਉੱਥੇ ਮੈਂ ਸਿੱਖਿਆ। ਔਰ ਜਦੋਂ ਮੈਂ ਕੰਮ ਮੈਨੂੰ ਲੱਗਾ ਵੀ ਇਹ ਕੰਮ ਛੋਟਾ, ਮੈਂ ਕੋਈ ਥੋੜ੍ਹਾ ਵੱਡਾ ਕੰਮ ਕਰਾਂ
ਮੈਂ ਪੰਪ ਨੋਜ਼ਲਾਂ ਦਾ ਕੰਮ ਸਿੱਖ ਕੇ ਫਿਰ ਮੈਂ ਮੋਟਰ ਮਕੈਨਿਕ ਦਾ ਕੰਮ ਸਿੱਖਿਆ। ਵਾਹ। ਇੱਕ ਬਹੁਤ ਵਧੀਆ ਟਾਟਾ ਦਾ ਮੈਂ mechanical life ਦੇ ਮਕੈਨਿਕ ਆ, ਬਹੁਤ ਵਧੀਆ ਟਾਟਾ ਦਾ, ਟਾਟਾ ਜਿਹੜਾ ਸਾਡਾ ਟਾਟਾ ਮੋਟਰ ਆ, ਉਹਦੇ ਹੀ ਜਿੰਨੀਆਂ ਵੀ ਸਾਡੀਆਂ ਟਰੱਕ ਜਾਂ ਬੱਸਿਸ ਆ ਉਹਨਾਂ ਦਾ ਇੱਕ ਬਹੁਤ ਵਧੀਆ ਮੈਂ ਮਕੈਨਿਕ ਆ। ਵਾਹ। ਔਰ ਪ੍ਰਮਾਤਮਾ ਨੇ ਉਸ ਖੇਤਰ ਦੇ ਵਿੱਚ ਚੰਗੀ ਮਹਾਰਤ ਮੈਂ ਹਾਸਲ ਕਰਕੇ ਫਿਰ ਮੇਰਾ ਜਿਹੜਾ ਪਰਿਵਾਰਕ ਪਿਛੋਕੜ ਆ ਉਹ ਵੀ ਇੰਨਾ ਜ਼ਿਆਦਾ ਵਧੀਆ ਹੈਗਾ ਕਿ ਮੇਰੇ ਫਾਦਰ ਸਾਹਿਬ ਬੜੀ ਛੋਟੀ ਏਜ ਦੇ ਵਿੱਚ ਬਰਮਾ ਵਿੱਚ ਗਏ ਜੀ। ਬਰਮਾ ਵਿੱਚ ਉਹਨਾਂ ਨੇ ਜਾ ਕੇ ਉੱਥੇ ਟਰਾਂਸਪੋਰਟ ਲਾਈਨ ਦੇ ਵਿੱਚ ਰੁਚੀ ਰੱਖੀ ਔਰ ਉਹ ਟਰਾਂਸਪੋਰਟ ਲਾਈਨ ਦੇ ਵਿੱਚ ਬਹੁਤ ਚੰਗਾ ਕਾਮਯਾਬੀ ਹਾਸਲ ਕੀਤੀ। ਵਾਹ। ਔਰ ਜਦੋਂ ਕਾਮਯਾਬੀ ਇਹਨਾਂ ਦੇ ਪੈਰ ਲੱਗੇ ਫਿਰ ਵਾਪਸ ਆ ਇੱਥੇ ਆਪਣੇ ਜਲੰਧਰ ਲਾਗੇ ਪਿੰਡ ਸਾਡਾ ਫੁੱਲ ਕੁੱਦੂਵਾਲ ਜਿਹੜਾ ਜੱਦੀ ਪਿੰਡ ਆ, ਉੱਥੇ ਆ ਕੇ ਵਿਆਹ ਕਰਾਇਆ ਔਰ ਮੇਰੀ ਮਦਰ ਨੂੰ ਨਾਲ ਬਰਮਾ ਲੈ ਕੇ ਗਿਆ। ਰੰਗੂਨ ਸਾਡਾ ਉੱਥੇ ਘਰ ਸੀ ਫਾਦਰ ਸਾਹਿਬ ਦਾ। ਉਹ ਰੰਗੂਨ ਦੇ ਵਿੱਚ ਫਿਰ ਮੇਰੇ ਵੱਡੇ ਬ੍ਰਦਰ ਦਾ ਜਿਹੜਾ ਜਨਮ ਹੋਇਆ ਉੱਥੇ। ਔਰ ਉਦੋਂ ਬਰਮਾ ਦੀ ਲੜਾਈ ਜਿਹੜੀ ਆ ਬ੍ਰਿਟਿਸ਼ ਨਾਲ ਚੱਲ ਰਹੀ ਸੀ ਔਰ ਉਹਦੇ ਵਿੱਚ ਜਿਹੜੇ ਫਾਦਰ ਸਾਹਿਬ ਟਰਾਂਸਪੋਰਟ ਲਾਈਨ ਹੋਣ ਕਰਕੇ ਜਿਹੜੇ ਟਰੱਕ ਸੀਗੇ ਉਸ ਸਮੇਂ ਦੇ ਵਿੱਚ 4 ਟਰੱਕ ਫਾਦਰ ਸਾਹਿਬ ਕੋਲ ਸੀਗੇ ਔਰ ਉਹ ਟਰੱਕ ਜਿਹੜੇ ਮਿਲਟਰੀ ਨੇ ਕਵਰ ਕਰ ਲਏ। ਜਿਹਨੇ ਮਿਲਟਰੀ ਨੇ ਕਿਹਾ ਵੀ ਸਾਡਾ ਸਮਾਜ ਦਾ ਸਾਜੋ ਸਮਾਨ ਆ ਉਹ ਤੁਸੀਂ ਸਪਲਾਈ ਲਾਈਨ ਦੇ ਵਿੱਚ ਫਾਦਰ ਸਾਹਿਬ ਨੂੰ ਉਹਨਾਂ ਲੈ ਆਂਦਾ ਜੀ। ਬਦਕਿਸਮਤੀ ਇਹ ਹੋਈ ਕਿ ਸੈਕੰਡ ਵਰਲਡ ਵਾਰ ਚੱਲ ਰਹੀ ਸੀ ਤੇ ਉਦੋਂ ਫਾਦਰ ਸਾਹਿਬ ਦੇ ਸਿਰ ਤੇ ਬੰਬ ਲੱਗ ਗਿਆ। ਬੰਬ ਲੱਗ ਗਿਆ ਔਰ ਜ਼ਖਮੀ ਹੋ ਗਏ। ਮਦਰ ਫਾਦਰ ਵਿਛੜ ਗਏ ਔਰ ਮੇਰੀ ਮਦਰ ਰੰਗੂਨ ਤੋਂ ਆਪਣੇ ਮੇਰੇ ਵੱਡੇ ਬ੍ਰਦਰ ਨੂੰ ਉਹਦੇ 1 ਸਾਲ ਦੇ ਸੀ ਉਹਨਾਂ ਨੂੰ ਲੈ ਕੇ ਬਾਈ ਸ਼ਿਪ ਕੈਲਕਟਾ ਆਏ। ਕੈਲਕਟਾ ਤੋਂ ਬਾਈ ਟ੍ਰੇਨ ਲੋਹੀਆਂ ਸਟੇਸ਼ਨ ਤੇ ਆ ਕੇ ਤਾਇਆ ਜੀ ਫਿਰ ਸਾਡੇ ਉਹ ਗੱਡੇ ਤੇ ਲੈ ਕੇ ਆਪਣੇ ਪਿੰਡ ਲੈ ਕੇ ਗਏ। ਔਰ ਮਦਰ ਸਾਡੀ ਨੂੰ ਪਤਾ ਨਹੀਂ ਵੀ ਫਾਦਰ ਸਾਹਿਬ ਹੈਗੇ ਜਾਂ ਨਹੀਂ ਹੈਗੇ, ਪਰ ਪ੍ਰਮਾਤਮਾ ਦੀ ਕਿਰਪਾ ਸਦਕਾ ਕਿ 6 ਮਹੀਨਿਆਂ ਬਾਅਦ ਫਾਦਰ ਸਾਹਿਬ ਦੀ ਚਿੱਠੀ ਪਿੰਡ ਆਈ ਕਿ ਮੈਂ ਫਲਾਣੇ ਹਸਪਤਾਲ 'ਚ ਹੈਗਾ ਔਰ ਮੈਂ ਜੀਂਦਾ ਵਾਂ। ਔਰ ਉਸ ਸਮੇਂ ਦੇ ਵਿੱਚ ਦੱਸਦੇ ਸੀ, ਮੈਂ ਤੇ ਜਨਮ ਬਾਅਦ ਹੋਇਆ, ਕਿ ਪਿੰਡ ਵਾਲਿਆਂ ਨੇ ਉਸ ਦਿਨ ਜਿੱਦਣ ਪਤਾ ਲੱਗਾ ਕਿ ਸਾਰ ਚਾਨਣ ਸਿੰਘ ਚੰਦੀ ਹੈਗੇ ਆ ਉਦੋਂ ਮੋਮਬੱਤੀਆਂ ਜਗਾਈਆਂ ਪਿੰਡ ਦੇ ਵਿੱਚ, ਬੜੀ ਖੁਸ਼ੀ ਕੀਤੀ। ਔਰ ਫਿਰ ਫਾਦਰ ਸਾਹਿਬ ਨੇ ਉੱਥੋਂ ਜਿਹੜੀ ਸਾਡੀ ਉੱਥੇ ਪ੍ਰੋਪਰਟੀ ਸੀ ਜਾਂ ਉੱਥੇ ਜਿਹੜੀ ਜੋ ਵੀ ਉਹਦਾ 8000 ਰੁਪਇਆ ਉਸ ਜ਼ਮਾਨੇ ਦੇ ਵਿੱਚ ਲਿਆ ਕੇ 1942 ਦੇ ਵਿੱਚ ਪਿੰਡ ਆਏ ਔਰ ਤਾਇਆ ਜੀ ਹੁਣਾਂ ਨੂੰ ਮਕਾਨ ਬਣਾ ਕੇ ਦਿੱਤਾ, ਹਵੇਲੀ ਬਣਾ ਕੇ ਦਿੱਤੀ। ਔਰ ਵੱਡੇ ਤਾਇਆ ਜੀ ਕਹਿੰਦੇ ਵੀ ਆਪਾਂ ਜਿਹੜੇ ਬਾਕੀ ਪੈਸੇ ਆ ਇਹ ਬਾਹਰ ਚੱਲ ਕੇ ਉੱਥੇ ਬਾਹਰ ਦੇ ਵਿੱਚ ਆਪਾਂ ਜ਼ਮੀਨ ਲਈਏ ਔਰ ਭੌਲਪੁਰ ਜਾ ਕੇ ਜ਼ਮੀਨ ਲੈ ਲਈ। ਜ਼ਮੀਨ 4 ਮਰਬੇ ਉੱਥੇ ਜ਼ਮੀਨ ਦੇ ਲੈ ਲੈ ਔਰ ਉੱਥੇ ਪਰਿਵਾਰ ਸ਼ਿਫਟ ਹੋ ਗਿਆ। ਬਦਕਿਸਮਤੀ ਦੇਖੋ ਫਿਰ ਕੀ ਹੋਈ ਕਿ 1947 ਸਾਡੇ ਭਾਰਤ ਦੇ ਟੋਟੇ ਹੋ ਗਏ ਔਰ ਜਿਹੜਾ ਭਾਰਤ ਸੀਗਾ ਉਹ 3 ਟੋਟਿਆਂ ਵਿੱਚ ਵੰਡਿਆ ਗਿਆ। ਹਾਂ, ਤੇ ਉਹਦੇ ਵਿੱਚ ਸਾਡਾ ਜਿਹੜਾ ਪਾਕਿਸਤਾਨ ਸੀ ਉਹ ਬਣ ਗਿਆ। ਉਹਦੇ ਵਿੱਚ ਕੁਝ ਦਿਨ ਤੇ ਵੇਟ ਕਰਦੇ ਰਹੇ ਔਰ ਉਸ ਪਿੰਡ ਦਾ ਜਿੱਥੇ ਭੌਲਪੁਰ ਦੇ ਵਿੱਚ ਫਾਦਰ ਸਾਹਿਬ ਰਹਿੰਦੇ ਸੀ ਉੱਥੇ ਦਾ ਨੰਬਰਦਾਰ ਬਹੁਤ ਚੰਗਾ ਬੰਦਾ ਮੁਸਲਮਾਨ ਸੀ। ਉਹ ਕਹਿੰਦਾ ਵੀ ਚਾਨਣ ਸਿੰਘ ਜੀ ਤੁਹਾਨੂੰ ਮੈਂ ਨਹੀਂ ਜਾਣ ਦੇਣਾ, ਤੁਸੀਂ ਇੱਥੇ ਰਹੋਗੇ। ਔਰ ਜਦੋਂ ਜ਼ਿਆਦਾ ਵੱਢ ਵਢਾਂਗਾ ਸ਼ੁਰੂ ਹੋਇਆ ਫਿਰ ਉਹਨੇ ਕਿਹਾ ਵੀ ਤੁਸੀਂ ਹੁਣ ਵਾਪਸ ਜਾਓ, ਮੈਂ ਤੁਹਾਡੀ ਰਾਖੀ ਨਹੀਂ ਕਰ ਸਕਦਾ। ਔਰ ਮੇਰੇ ਮਦਰ ਦੱਸਦੇ ਸੀ ਜਿੰਨੀ ਮੇਰੀ ਬਰਮਾ ਦਾ ਜੋ ਮੇਰੀ ਸੋਨਾ ਸੀ ਜਾਂ ਹੋਰ ਪੈਸਾ ਧੇਲਾ ਸੀ ਉਹ ਕਾਫੀ ਵੱਡੀ ਮਾਤਰਾ 'ਚ ਸੀ, ਉਹ ਸਾਰਾ ਫਿਰ ਉੱਥੇ ਦੱਬ ਕੇ ਆ ਗਏ ਔਰ ਮੁੜ ਕੇ ਜਾਣ ਦਾ ਮੌਕਾ ਨਹੀਂ ਮਿਲਿਆ। ਔਰ ਜ਼ਿਆਦਾ ਫਿਰ ਉਸ ਸਾਡੀ ਦਾਦੀ ਸੀਗੀ ਉਹਨਾਂ ਨੂੰ ਲੈ ਕੇ ਨਾਲ ਬੱਚਿਆਂ ਨੂੰ ਨਾਲ ਲੈ ਕੇ ਗੱਡੇ ਤੇ ਜਿਹੜਾ ਜੈਸਲਮੇਰ ਬਾਰਡਰ ਤੇ ਬੀਕਾਨੇਰ ਆ ਕੇ ਨਿਕਲੇ। ਔਰ ਜਦੋਂ ਵਾਪਸ ਆਏ ਆ ਕਿੰਨੀਆਂ ਬੁਲੰਦੀਆਂ ਤੇ ਬਰਮਾ ਵਿੱਚ ਕਿੰਨੀਆਂ ਬੁਲੰਦੀਆਂ 'ਚ ਮੁੜ ਕੇ ਬਰਮਾ ਤੋਂ ਆ ਕੇ ਰਹੇ। ਔਰ ਜਿਸ ਦਿਨ ਪਾਕਿਸਤਾਨ ਤੋਂ ਆਏ ਤੇ ਉਸ ਦਿਨ ਪਾਣੀ ਪੀਣ ਲਈ ਗਲਾਸ ਵੀ ਨਹੀਂ ਸੀ ਰਹਿ ਗਿਆ, ਸਾਰਾ ਕੁਝ ਉਜੜ ਗਿਆ ਕਿਉਂਕਿ ਸਾਰਾ ਕੁਝ ਉਹ ਲੁੱਟਿਆ ਗਿਆ, ਚਲੇ ਗਿਆ ਪਾਸੇ ਉਸ ਪਾਸੇ। ਔਰ ਫਾਦਰ ਸਾਹਿਬ ਬੜੇ ਹਿੰਮਤੀ ਸੀਗੇ, ਉਹਨਾਂ ਹੌਸਲਾ ਨਹੀਂ ਹਾਰਿਆ ਔਰ ਹੌਲੀ ਹੌਲੀ ਮਿਹਨਤ ਕਰਕੇ ਉਹਨਾਂ ਨੇ ਫਿਰ ਜਿਹੜਾ ਪਰਿਵਾਰ ਨੂੰ ਸੈੱਟ ਕੀਤਾ। ਔਰ ਸਾਨੂੰ ਮੇਰਾ ਜਨਮ 1951 'ਚ ਹੋਇਆ, ਪੜ੍ਹਾਇਆ ਲਿਖਾਇਆ ਔਰ ਫਿਰ ਅਸੀਂ ਅੱਜ ਉਹਨੀਆਂ ਬੁਲੰਦੀਆਂ ਦੇ ਫਿਰ ਅਸੀਂ 3 ਭਾਈ ਹਾਂ। ਮੇਰੇ ਵੱਡੇ ਬ੍ਰਦਰ ਦੀ ਜਿਨ੍ਹਾਂ ਦਾ ਜਨਮ ਬਰਮਾ 'ਚ ਹੋਇਆ ਸੀ ਉਹਨਾਂ ਦੀ ਡੈਥ ਹੋ ਗਈ 2013 'ਚ। ਮੇਰੇ ਵੱਡੇ ਬ੍ਰਦਰ ਮੇਰੇ ਤੋਂ ਕੋਈ 8 ਸਾਲ ਵੱਡੇ ਆ, ਉਹ ਕੈਨੇਡਾ ਵਿੱਚ ਸੈਟਲ ਆ, ਮੈਂ ਇੱਥੇ ਸੈਟਲ ਹਾਂ। ਉਹਨਾਂ ਬੁਲੰਦੀਆਂ ਤੇ ਅੱਜ ਸਾਡਾ ਪਰਿਵਾਰ ਫਿਰ ਉਸੇ ਤਰ੍ਹਾਂ ਖੁਸ਼ਹਾਲ। ਹਾਂਜੀ।
ਜਿਸ ਤਰ੍ਹਾਂ ਆਪਾਂ ਗੱਲ ਕਰਦੇ ਹਾਂ ਕਿ ਜੀਵਨ 'ਚ ਆਦਮੀ ਦੇ ਜੀਵਨ ਦੇ ਵਿੱਚ ਖੁਸ਼ਹਾਲੀ ਜਾਂ ਕਾਮਯਾਬੀ ਜਿਹੜੀ ਆਉਂਦੀ ਹੈ ਸੰਘਰਸ਼ 'ਚੋਂ ਨਿਕਲਦੀ ਹੈ। ਸੰਘਰਸ਼ ਪਹਿਲੋਂ ਕੀਤਾ ਜਾਂਦਾ, ਮਿਹਨਤ ਕੀਤੀ ਜਾਂਦੀ ਆ, ਭੱਜ ਦੌੜ ਵੀ ਹੁੰਦੀ ਆ। ਤੁਹਾਡੇ ਫਾਦਰ ਸਾਹਿਬ ਜਿਸ ਤਰ੍ਹਾਂ ਦੱਸਿਆ ਕਿ ਬਰਮਾ 'ਚ ਰਹੇ, ਬਰਮਾ 'ਚ ਜਦੋਂ ਦੂਸਰਾ ਮਹਾਂਯੁੱਧ ਲੱਗਿਆ ਉਹਦੇ ਵਿੱਚ ਉਹਨਾਂ ਦੀ ਟਰਾਂਸਪੋਰਟ ਸੀ, ਟਰਾਂਸਪੋਰਟ ਤੋਂ ਬਾਅਦ ਫਿਰ ਉਹਨਾਂ ਕੋਲ ਜ਼ਖਮੀ ਹੋ ਗਏ। ਉਹਦੇ ਬਾਅਦ ਦੇਖ ਲਓ ਕਿਤੇ ਬਹਾਵਲਪੁਰ ਜਾ ਕੇ ਜ਼ਮੀਨ ਵੀ ਖਰੀਦੀ ਔਰ ਉਹਦੇ ਬਾਅਦ ਕਿਸਮਤ ਕੀ ਕਰਦੀ ਹੈ, ਫਿਰ ਉਜਾੜਾ ਪੈ ਗਿਆ। ਦੂਸਰੇ ਮਹਾਂਯੁੱਧ ਤੋਂ ਬਾਅਦ ਦੂਸਰਾ ਚੱਕਰ ਪੈ ਗਿਆ ਜਿਹਦੇ 'ਚ ਵੰਡ ਵਡਾਈ ਹੋ ਗਈ। ਕਿੰਨਾ ਕੁਛ ਉੱਥੇ ਛੱਡ ਆਏ, ਫਿਰ ਆ ਕੇ ਇੱਥੇ ਵੀ ਮਿਹਨਤ ਕੀਤੀ। ਪਰ ਅੱਜ ਜੋ ਸਾਡੇ ਦਰਸ਼ਕ ਜਾਂ ਅਸੀਂ ਸਾਰਾ ਕੁਝ ਵੇਖ ਰਹੇ ਹਾਂ, ਤੁਹਾਨੂੰ ਫਿਰ ਉਸੇ ਬੁਲੰਦੀਆਂ 'ਚ ਉਸੇ ਜਾਇਦਾਦ ਨਾਲ ਉਸੇ ਤਰ੍ਹਾਂ ਹੀ ਨਵਾਜ ਦਿੱਤਾ ਗੁਰੂ ਮਹਾਰਾਜ ਨੇ। ਔਰ ਜਿਸ ਤਰ੍ਹਾਂ ਤੁਸੀਂ ਅੱਜ ਸਾਰੇ ਲੋੜਵੰਦਾਂ ਦੀ, ਸਾਰੇ ਪਿਆਰੇ ਲੋਕਾਂ ਦੀ ਹਿੰਮਤ ਨਾਲ ਜਿਹੜੀ ਹੈਲਪ ਕਰਦੇ ਜੇ, ਉਹ ਮੇਰਾ ਖਿਆਲ ਹੈ ਕਿ ਤੁਹਾਨੂੰ ਇਸੇ ਤਰ੍ਹਾਂ ਹੀ ਅੱਗੇ ਆਉਣ ਵਾਲੇ ਸਮੇਂ 'ਚ ਵੀ ਬਹੁਤ ਖੁਸ਼ਹਾਲੀ ਔਰ ਬਹੁਤ ਕੁਛ ਜਾਇਦਾਦ ਨਾਲ ਨਵਾਜੇਗਾ ਵਾਹਿਗੁਰੂ। ਅਤੇ ਦੂਸਰਾ ਇਹ ਹੈਗਾ ਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਹਾਡੇ ਵੱਡੇ ਬ੍ਰਦਰ ਦੀ ਜਦੋਂ ਡੈਥ ਹੋ ਗਈ, 8 ਸਾਲ ਵੱਡੇ ਸੀ, ਔਰ ਫਾਦਰ ਸਾਹਿਬ ਦੀ ਵੀ ਡੈਥ ਹੋ ਗਈ, ਤੁਸੀਂ ਉਹਨਾਂ ਦੀ ਯਾਦ 'ਚ ਇੱਕ ਬਹੁਤ ਵੱਡਾ ਮੇਲਾ ਲਾਉਂਦੇ ਜੇ। ਉਹ ਕਾਸੀਪੁਰ ਪਿੰਡ ਦੇ ਵਿੱਚ ਤੁਹਾਡੇ ਕੋਲ ਸਟੇਡੀਅਮ ਹੀ ਆ ਬਹੁਤ ਵੱਡਾ, ਜਿਹਦੇ ਵਿੱਚ ਖੇਡਾਂ ਦਾ ਮਾਮਲਾ ਵੀ ਹੁੰਦਾ ਉਹਦੇ ਵਿੱਚ, ਔਰ ਕਈ ਤਰ੍ਹਾਂ ਦੇ ਉੱਥੇ ਘੋਲ ਕਬੱਡੀਆਂ ਖੇਡਾਂ ਦੇ ਵਿੱਚ ਵੀ ਬਹੁਤ ਕੁਛ ਹੁੰਦਾ। ਔਰ ਉਹਦੇ ਵਿੱਚ ਢਾਡੀ ਰਾਗੀ, ਲੋਕ ਗੀਤ, ਲੋਕ ਗਾਇਕ, ਉਹਨਾਂ ਨੂੰ ਤੁਸੀਂ ਨਵਾਜਦੇ ਜੇ, ਬੜੇ ਕੁਛ ਤਮਗੇ ਦਿੰਦੇ ਜੇ। ਉਹਦੇ ਬਾਰੇ ਥੋੜ੍ਹਾ ਜਿਹਾ ਬਰੀਫ ਜਿਹਾ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ। ਇਹ ਚੀਜ਼ਾਂ ਜਿਹੜੀਆਂ ਇਨਸਾਨ ਨੂੰ ਪਿਤਾ ਪੁਰਖੀ ਜਿਹੜੀਆਂ ਸਾਡੇ ਸੰਸਕਾਰ ਆ ਉਹਨਾਂ ਵਿੱਚੋਂ ਮਿਲਦੀਆਂ, ਜੀ ਜੀ ਜੀ, ਜਾਂ ਗੁੜਤੀ ਵਿੱਚੋਂ ਪੰਜਾਬੀਆਂ ਨੂੰ ਮਿਲਦੀਆਂ। ਹਾਂ ਸਹੀ ਗੱਲ। ਮੇਰੇ ਪਿਤਾ ਜੀ ਜਦੋਂ 1952 'ਚ ਸੰਵਿਧਾਨ ਲਾਗੂ ਹੋਇਆ, ਉਦੋਂ ਪੰਚਾਇਤਾਂ ਬਣੀਆਂ ਅਤੇ ਪਹਿਲੇ ਪਿੰਡ ਦੇ ਸਰਪੰਚ ਬਣੇ। ਔਰ ਮੈਂ ਉਦੋਂ ਛੋਟਾ ਜਿਹਾ ਸੀਗਾ ਜੀ। ਮੈਂ ਇਹਨਾਂ ਨੂੰ, ਆਪਣੇ ਫਾਦਰ ਸਾਹਿਬ ਨੂੰ ਅੱਖੀਂ ਦੇਖਿਆ ਕਿ ਪਿੰਡ ਦਾ ਸਾਂਝਾ ਕੰਮ ਜਦੋਂ ਹੁੰਦਾ ਸੀ ਨਾ, ਨਾਲੀਆਂ ਬਣਨੀਆਂ ਜਾਂ ਗਲੀਆਂ ਪੱਕੀਆਂ ਕਰਨੀਆਂ, ਵਿਕਾਸ ਦਾ ਕੰਮ ਹੋਣਾ, ਤਾਂ ਉਹ ਟੋਕਰੀ ਆਪ ਸਿਰ ਤੇ ਚੁੱਕ ਲੈਂਦੇ ਸੀ। ਇਹਨੇ ਮਿਹਨਤੀ ਔਰ ਇਹਨੇ ਉਦੋਂ ਇਦਾਂ ਨਹੀਂ ਹੋਈ ਮੈਂ ਵੱਡਾ ਸਰਪੰਚ ਜਾਂ ਮੈਂ ਇਹ ਕੰਮ ਨਹੀਂ ਕਰੂੰਗਾ, ਮੈਂ ਕੰਮ ਨਹੀਂ ਕਰਨਾ। ਉਹ ਫਾਦਰ ਸਾਹਿਬ ਨੇ ਆਪ ਸਿਰ ਤੇ ਟੋਕਰੀ ਚੁੱਕਣੀ, ਤੇ ਮੈਂਬਰ ਪੰਚਾਇਤਾਂ ਨੇ, ਜਿਹੜੇ ਹੋਰ ਬੰਦੇ ਸੀ, ਉਹਨਾਂ ਨੇ, ਨੌਜਵਾਨਾਂ ਨੇ ਆਪ ਮਗਰ ਚੁੱਕ ਕੇ ਜਿਹੜਾ ਕੰਮ ਲੇਬਰ ਦਾ ਸੀ ਉਹ ਕਰਨਾ। ਔਰ ਉਹਦੇ 'ਚ ਹੋਣਾ ਵੀ ਥੋੜ੍ਹੇ ਜਿਹੇ ਪੈਸਿਆਂ ਵਿੱਚ ਹੀ ਪਿੰਡ ਦੀ ਜਿਹੜੀ ਡਿਵੈਲਪਮੈਂਟ ਹੋ ਜਾਂਦੀ ਸੀ। ਉਹ ਇੱਕ ਬੜੀ ਵੱਡੀ ਮਿਸਾਲ ਆ, ਸੇਵਾ ਹੀ ਆ ਨਾ, ਜਿਸ ਤਰ੍ਹਾਂ ਸੇਵਾ ਕਰਦੇ ਆਪਾਂ। ਔਰ ਉਹ ਚੀਜ਼ਾਂ ਮੈਨੂੰ ਗੁੜਤੀ 'ਚ ਮਿਲੀਆਂ ਜਦੋਂ ਮੈਂ ਆਪਣੀ ਹੋਸ਼ ਸੰਭਾਲੀ। ਤੇ ਮੇਰੇ ਮਨ ਦੇ ਵਿੱਚ ਵੀ ਇਹ ਹੋਣਾ ਕਿ ਫਾਦਰ ਸਾਹਿਬ ਦੇ ਦੱਸੇ ਅਨੁਸਾਰ ਕਿ ਜੇ ਇਨਸਾਨ ਕੋ 4 ਪੈਸੇ ਆ ਜਾਣ ਰੋਟੀ ਖਾਣ ਲਈ, ਤੇ ਰੋਟੀ ਤੋਂ ਖਾ ਕੇ ਫਿਰ ਤੁਸੀਂ ਕੋਈ ਜਿਹੜਾ ਕੋਈ ਸਮਾਜ ਸੇਵਾ ਦਾ ਕੰਮ ਕਰੋ। ਜਿੱਦਾਂ ਸਾਡੇ ਗੁਰੂ ਸਾਹਿਬਾਨ ਨੇ ਕਿਹਾ ਕਿ ਦਸਵੰਧ ਕੱਢੋ, ਦਸਵੰਧ ਕੱਢ ਕੇ ਤੁਸੀਂ ਚੰਗੇ ਪਾਸੇ ਲਾਓ। ਉਹ ਸੰਦੇਸ਼ ਜਿਹੜਾ ਸਾਡੇ ਗੁਰੂ ਸਾਹਿਬ ਦਾ ਜਾਂ ਸਾਡੇ ਮਾਤਾ ਪਿਤਾ ਦਾ, ਉਸ ਸੰਦੇਸ਼ ਨੂੰ ਮੈਂ ਲਾਗੂ ਕੀਤਾ। ਔਰ ਸਭ ਤੋਂ ਪਹਿਲਾਂ ਜਦੋਂ ਸਾਡੇ ਪੰਜਾਬ ਦੇ ਹਾਲਾਤ ਵਧੀਆ ਨਹੀਂ ਸੀ, ਪੰਜਾਬ ਦੇ ਹਾਲਾਤ ਬਹੁਤ ਮਾੜੇ ਸੀ, ਲੋਕਾਂ ਦੇ ਵਿੱਚ ਇੰਨਾ ਵਹਿਮ ਔਰ ਡਰ ਪੈਦਾ ਹੋ ਗਿਆ ਸੀ, ਉਹਨਾਂ ਦਿਨਾਂ 'ਚ ਮੈਂ ਇੱਕ ਸੰਸਥਾ ਬਣਾਈ, ਆਲ ਇੰਡੀਆ ਟੈਕਨੀਕਲ ਐਜੂਕੇਸ਼ਨ ਦੀ। ਉਹਦੇ ਵਿੱਚ ਚੰਗੇ ਚੰਗੇ ਪੜ੍ਹੇ ਲਿਖੇ ਲੋਕ ਮੈਂ ਨਾਲ ਆਪਣੇ ਸਾਥੀ ਬਣਾਏ। ਔਰ ਉਹਦੇ ਵਿੱਚ ਅਸੀਂ ਪਿੰਡਾਂ ਦੇ ਵਿੱਚ ਸਿਲਾਈ ਕਢਾਈ ਦੇ ਪਹਿਲਾਂ ਸਕੂਲ ਖੋਲ੍ਹੇ। ਜਿੱਦਾਂ ਪਿੰਡ ਦੇ ਵਿੱਚ, ਜਿਸ ਪਿੰਡ ਦੇ ਵਿੱਚ 25-30 ਲੜਕੀਆਂ ਹੋ ਜਾਂਦੀਆਂ ਸੀ, ਉੱਥੇ ਅਸੀਂ ਸਿਲਾਈ ਮਸ਼ੀਨਾਂ, ਕਢਾਈ ਮਸ਼ੀਨਾਂ ਦੇਣੀਆਂ। ਔਰ ਕੋਸ਼ਿਸ਼ ਕਰਨੀ ਕਿ ਉਸ ਪਿੰਡ ਦੀ ਜਿਹੜੀ ਲੜਕੀ ਹੋਵੇ, ਟੀਚਰ ਉਹਨੂੰ ਰੱਖ ਕੇ ਅਸੀਂ ਉਸ ਪਿੰਡ ਵਿੱਚ ਸਿਲਾਈ ਕਢਾਈ ਦੇ ਵਿੱਚ ਉਸ ਜਿਹੜੀਆਂ ਲੜਕੀਆਂ ਉਹਨਾਂ ਨੂੰ ਟੈਕਨੀਕਲ ਐਜੂਕੇਸ਼ਨ ਦਿੱਤੀ ਜਾਵੇ, ਤਾਂ ਕਿ ਜਿਹੜੀਆਂ ਬੱਚੀਆਂ ਉਹ ਆਪਣੇ ਘਰ ਦੇ ਵਿੱਚ ਹੀ ਆਪਣੇ ਕੱਪੜੇ ਲੀੜਾ ਸੀ ਕੇ, ਆਪਣੀ ਕਢਾਈ ਕਰਕੇ ਆਪਣੀਆਂ ਪੈਰਾਂ 'ਤੇ ਖੜੀਆਂ ਹੋ ਸਕਣ। ਉਸ ਪਾਸੇ ਮੈਂ ਔਰ ਮੇਰੀ ਟੀਮ ਨੇ ਬਹੁਤ ਕੰਮ ਕੀਤਾ। ਉਹਦੇ ਵਿੱਚ ਮੇਰੇ ਪਰਿਵਾਰ ਨੇ ਮੈਨੂੰ ਬਹੁਤ ਜ਼ਿਆਦਾ ਸਾਥ ਦਿੱਤਾ। ਔਰ ਅਸੀਂ ਇੱਕ ਐਸੀ ਮੂਵਮੈਂਟ ਬਣਾਈ ਕਿ ਉਹ 35 ਸਕੂਲ ਮੈਂ ਲਗਾਤਾਰ ਆਪਣੇ ਜਲੰਧਰ ਜ਼ਿਲ੍ਹੇ ਵਿੱਚ ਚਲਾਏ। ਔਰ ਉਹਦੇ ਵਿੱਚ ਮੈਨੂੰ ਮਾਣ ਸਤਿਕਾਰ ਵੀ ਪਬਲਿਕ ਕੋਲੋਂ ਬਹੁਤ ਮਿਲਿਆ। ਔਰ 1992 ਦੇ ਵਿੱਚ ਜਦੋਂ ਮੇਰੇ ਪਿਤਾ ਜੀ ਦੀ ਡੈਥ ਹੋਈ, ਤਾਂ ਅਸੀਂ ਉਹਨਾਂ ਦੀ 93 ਵਿੱਚ ਪਹਿਲੀ ਬਰਸੀ ਮਨਾਈ। ਜਦੋਂ ਬਰਸੀ ਮਨਾਈ ਤਾਂ ਕੀਰਤਨ ਹੋਇਆ, ਅਖੰਡ ਪਾਠ ਸਾਹਿਬ ਹੋਏ, ਕੀਰਤਨ ਹੋਇਆ, ਭੋਗ ਪਏ। ਤਾਂ ਅਸੀਂ ਇੱਦਾਂ ਹੀ ਬੈਠੇ, ਅਤੇ ਮੈਂ, ਮੇਰੇ ਬਹਨੋਈ ਸੀ ਜਥੇਦਾਰ ਸ਼ਿੰਗਾਰਾ ਸਿੰਘ ਹੋਣੀ, ਉਹ SGPC ਦੇ ਮੈਂਬਰ ਵੀ ਬਾਅਦ 'ਚ ਬਣੇ। ਉਹਨਾਂ ਨੂੰ ਕਿਹਾ, ਭਾਈਆ ਆਪਾਂ ਕੋਈ ਬਾਪੂ ਜੀ ਦੇ ਇਸ ਦਿਨ 'ਤੇ ਕੋਈ ਖੇਡਾਂ ਕਰਾਇਆ ਕਰੀਏ। ਉਹ ਮੈਨੂੰ ਕਹਿੰਦੇ ਕਾਕਾ
ਇਹ ਕਹਿਣਾ ਬੜਾ ਸੌਖਾ, ਇਹ ਖੇਡਾਂ ਜਿਹੜੀਆਂ ਬੜੀਆਂ ਡਿਸਪਲਿਨ ਔਰ ਇਹਦੇ ਵਿੱਚ ਬੜਾ ਪੈਸਾ ਚਾਹੀਦਾ ਔਰ ਬੜਾ ਟਾਈਮ ਚਾਹੀਦਾ। ਹਾਂ ਔਰ 1994 ਵਿੱਚ ਮੈਂ ਪ੍ਰਮਾਤਮਾ ਦੀ ਅਰਦਾਸ ਕਰਕੇ ਜੀ ਉਹ ਖੇਡਾਂ ਜਿਹੜੀਆਂ ਸ਼ੁਰੂ ਕਰਾਈਆਂ ਸ਼ੁਰੂ ਕਰਾਤੀ ਆਪਣੇ ਪਿੰਡ ਦੇ ਵਿੱਚ, ਕਾਸੂਪੁਰ ਦੇ ਵਿੱਚ। ਹਾਂ ਜਿਹੜੀ ਸਾਡੀ ਪਾਕਿਸਤਾਨ ਦੀ ਜ਼ਮੀਨ ਆ ਉਹ ਕਾਸੂਪੁਰ ਪਿੰਡ ਦੇ ਵਿੱਚ ਸਾਨੂੰ ਮਿਲੀ। ਹਾਂ ਉੱਥੇ ਮੈਂ ਖੇਡਾਂ ਸ਼ੁਰੂ ਕਰਾਈਆਂ। ਉਹ ਜਿਹੜਾ ਪਹਿਲੇ ਸਾਲ ਹੀ ਰਿਸਪੌਂਸ ਬਹੁਤ ਵੱਡਾ ਮਿਲਿਆ, ਵਾਹ ਚੰਗੀਆਂ ਟੀਮਾਂ ਆਈਆਂ, ਦੇਖਣ ਨੂੰ ਦਰਸ਼ਕ ਬਹੁਤ ਆਏ ਹੂੰ ਔਰ ਬੜੀਆਂ ਕਾਮਯਾਬ ਹੋਈਆਂ। ਆ ਬੜਾ ਹੌਸਲਾ ਵਧਿਆ। ਹੂੰ 95 ਦੇ ਵਿੱਚ ਅਸੀਂ ਫਿਰ ਉਹਨੂੰ ਬਹੁਤ ਵੱਡੇ ਪੱਧਰ ਤੇ ਕੀਤਾ। ਆ 96 ਦੇ ਵਿੱਚ ਉੱਥੇ ਫਿਰ ਟੱਗ ਆਫ ਵਾਰ ਦੀ ਜਿਹੜੀ ਨੈਸ਼ਨਲ ਪੂਰੇ ਇੰਡੀਆ ਦੀ ਨੈਸ਼ਨਲ ਹੋਈ, ਟੀਮ ਹਾਂ ਜਿਹਦੇ ਵਿੱਚ ਕਬੱਡੀ, ਵਾਲੀਬਾਲ ਔਰ ਟੱਗ ਆਫ ਵਾਰ ਹੋਰ ਜਿਹੜੀਆਂ ਐਥਲੈਟਿਕਸ ਗੇਮ ਹੋਈਆਂ। ਜੀ ਉੱਥੇ ਇੰਨਾ ਰਸ਼ ਹੋ ਗਿਆ ਤੇ ਜਿਹੜੀ ਸਾਡੇ ਪੰਚਾਇਤ ਦੀ ਜਗ੍ਹਾ ਸੀ ਉਹ ਬਹੁਤ ਥੋੜੀ ਸੀ। ਹੂੰ ਅਸੀਂ ਸੋਚਿਆ ਵੀ ਸਾਡੀ ਜ਼ਮੀਨ ਬਿਲਕੁਲ ਨਾਲ ਲੱਗਦੀ ਹੈ, ਆ ਵੀ ਇਹਨੂੰ ਸਟੇਡੀਅਮ ਨੂੰ ਇੱਥੇ ਸਟੇਡੀਅਮ ਬਣਾਇਆ ਜਾਵੇ। ਹੂੰ ਅਸੀਂ ਆਪਣੀ ਜਿਹੜੀ ਤਿੰਨਾਂ ਭਰਾਵਾਂ ਦੀ ਸਾਂਝੀ ਜ਼ਮੀਨ ਸੀ ਫਾਦਰ ਸਾਹਿਬ ਦੀ, ਜਿਹੜੀ ਸਾਨੂੰ ਵਿਰਸੇ 'ਚ ਮਿਲੀ, ਆ ਉਹ ਅਸੀਂ ਪੰਚਾਇਤ ਨੂੰ ਦਾਨ ਕੀਤੀ। ਵਾਹ ਪੰਚਾਇਤ ਨੂੰ ਦਾਨ ਕੀਤੀ ਔਰ ਉੱਥੇ ਫਿਰ ਪੰਜਾਬ ਸਰਕਾਰ ਨੇ ਔਰ ਮੈਂਬਰ ਪਾਰਲੀਮੈਂਟ ਜਿਹੜੇ ਸੀ ਸਾਡੇ ਸਰ ਇਕਬਾਲ ਸਿੰਘ, ਸਰ ਬਲਬੀਰ ਸਿੰਘ, ਹਾਂਜੀ ਇਹਨਾਂ ਨੇ ਸਾਨੂੰ ਪੈਸਾ ਦਿੱਤਾ। ਜੀ ਉਹ ਫਿਰ ਅਸੀਂ ਉੱਥੇ ਫਾਦਰ ਸਾਹਿਬ ਦੇ ਨਾਂ ਤੇ ਸਟੇਡੀਅਮ ਬਣਾ ਕੇ ਜ਼ਮੀਨ ਅਸੀਂ ਆਪਣੀ ਪੰਚਾਇਤ ਦੇ ਨਾਂ ਕਰਤੀ ਔਰ ਫਿਰ ਸਰਕਾਰ ਨੇ ਉਹ ਪੈਸਾ ਜਿਹੜਾ ਉੱਤੇ ਸਟੇਡੀਅਮ ਤੇ ਉਹ ਲਾਤਾ। ਹੂੰ ਔਰ 96 ਦੇ ਵਿੱਚ ਅਸੀਂ ਉਹ ਸਟੇਡੀਅਮ ਦਾ ਨੀਂਹ ਪੱਥਰ ਜਿਹੜਾ ਫਿਰ ਸੋਚਿਆ ਵੀ ਹੁਣ 97 ਜਦੋਂ ਆਇਆ ਤੇ ਟੂਰਨਾਮੈਂਟ ਤੋਂ ਪਹਿਲਾਂ ਜੀ ਫਿਰ ਅਸੀਂ ਪੰਜਾਬ ਦੇ ਗਵਰਨਰ ਸਾਹਿਬ ਨੂੰ ਬੇਨਤੀ ਕੀਤੀ। ਹਾਂਜੀ BK ਛਿੱਬੜ ਸਾਹਿਬ ਸੀ ਪੰਜਾਬ ਦੇ ਗਵਰਨਰ, ਸ਼ੁਕਰ ਵੀ ਤੁਸੀਂ ਇਸ ਸਟੇਡੀਅਮ ਦਾ ਨੀਂਹ ਪੱਥਰ ਰੱਖੋ। ਹੂੰ ਔਰ ਉਹਨਾਂ ਕੋਲੋਂ ਫਿਰ ਅਸੀਂ ਉਸ ਸਟੇਡੀਅਮ ਦਾ ਨੀਂਹ ਪੱਥਰ ਰਖਾਇਆ। ਜੀ ਔਰ 97 ਦੇ ਵਿੱਚ ਉਸ ਐਸਾ ਸੋਹਣਾ ਫਿਰ ਸਟੇਡੀਅਮ ਦੀ ਨੀਂਹ ਰੱਖੀ। ਅੱਜ ਉੱਥੇ ਬਹੁਤ ਸੋਹਣਾ ਸਟੇਡੀਅਮ ਬਣਿਆ ਔਰ ਉੱਥੇ ਫਲੱਡ ਲਾਈਟ ਲੱਗੀਆਂ ਹੋਈਆਂ, ਜਿਹਦੇ ਵਿੱਚ ਹਰ ਸਾਲ ਕਬੱਡੀ, ਵਾਲੀਬਾਲ ਔਰ ਬਾਕੀ ਜਿਹੜੀਆਂ ਸਾਡੀਆਂ ਰਵਾਇਤੀ ਖੇਡਾਂ ਉਹ ਹੁੰਦੀਆਂ। ਉੱਥੇ ਉਸ ਦੇ ਵਿੱਚ ਵਿਸਾਖੀ ਮੇਲੇ ਵੀ ਬੜੇ ਲੱਗੇ। ਨਵੇਂ ਸਾਲ ਦੀਆਂ ਜਿਹੜੇ ਸਾਡੇ ਜਲੰਧਰ ਦੂਰਦਰਸ਼ਨ ਨੂੰ ਕਈ ਪ੍ਰੋਗਰਾਮ ਕਰਦਾ, ਬੜੇ ਕੀਤੇ ਉਹ ਵੀ ਉੱਥੇ ਉਸ ਸਟੇਡੀਅਮ ਦੇ ਵਿੱਚ ਹੋਇਆ। ਔਰ ਮੈਨੂੰ ਇਹ ਦੱਸ ਕੇ ਖੁਸ਼ੀ ਹੁੰਦੀ ਆ ਕਿ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਹੂੰ ਜਿਹੜੇ ਭਟਕੇ ਹੋਏ ਆ, ਉਹਨਾਂ ਨੂੰ ਅਸੀਂ ਬਹੁਤ ਸਾਰੇ ਨੌਜਵਾਨਾਂ ਨੂੰ ਇਸ ਪਾਸੇ ਖੇਡਾਂ ਵਿੱਚ ਲਾਇਆ, ਜਿੱਥੇ ਕਿ ਉਹਨਾਂ ਨੇ ਨੌਜਵਾਨਾਂ ਨੇ ਖੇਡਾਂ ਵਿੱਚ ਆ ਕੇ ਸਾਡੇ ਪੰਜਾਬ ਦਾ ਨਹੀਂ ਭਾਰਤ ਦਾ ਨਾਂ ਰੋਸ਼ਨ ਕੀਤਾ। ਹੂੰ ਜਿਨ੍ਹਾਂ ਵਿੱਚ ਮਿਸਾਲ ਹੈਗੀ ਸਾਡੇ ਉਸ ਇੱਕ ਪਛੜੇ ਏਰੀਆ ਦੀ ਮੰਡ ਦੀ ਲੜਕੀ ਕੁਲਵੰਤ ਕੌਰ, ਜੀ ਵਾਲੀਬਾਲ ਦੇ ਵਿੱਚ ਉਸ ਗਰਾਊਂਡ ਨੇ ਪੈਦਾ ਕੀਤੀ। ਔਰ ਮੁੜ ਕੇ ਉਹ ਕੁੜੀ ਸਾਡੇ ਪੰਜਾਬ ਦੀ ਜਿਹੜੀ ਹੋਣਹਾਰ ਵਾਲੀਬਾਲ ਦੀ ਕੈਪਟਨ ਬਣੀ। ਵਾਹ ਮੁੜ ਕੇ ਉਹਨੇ ਇੰਡੀਆ ਦੀ ਨੁਮਾਇੰਦਗੀ ਕੀਤੀ ਔਰ ਸਾਰਕ ਵਿੱਚ ਖੇਡ ਕੇ ਆਈ। ਵਾਹ ਉਹ ਕੁਲਵੰਤ ਕੌਰ ਅੱਜ ਰੇਲਵੇ ਦੇ ਵਿੱਚ ਨੌਕਰੀ ਕਰ ਰਹੀ ਆ। ਇੱਦਾਂ ਦੀਆਂ ਸੈਂਕੜੇ ਮਿਸਾਲਾਂ ਉਸ ਗਰਾਊਂਡ ਦੀਆਂ। ਜਿਹੜੇ ਕਬੱਡੀ ਦੇ ਕਪਤਾਨ ਸਾਡੇ ਪੰਜਾਬ ਦੇ ਇੰਡੀਆ ਦੇ ਬਣੇ, ਮੰਗੀ ਹੋਣੀ, ਉਹ ਵੀ ਉਸੇ ਗਰਾਊਂਡ ਦੀ ਦੇਣ ਆ। ਦਲਵੀਰ ਸਿੰਘ ਵੇਟ ਲਿਫਟਰ ਵੀ ਉਸੇ ਗਰਾਊਂਡ ਦੀ ਦੇਣ ਆ। ਔਰ ਇਹੋ ਜਿਹੀਆਂ ਸੈਂਕੜੇ ਮਿਸਾਲਾਂ ਜਿਹੜੀਆਂ ਉਸ ਕਾਸੂਪੁਰ ਦੀ ਜਿਹੜੀ ਸਰਜ਼ਮੀਨ ਆ ਉਹਨੇ ਉਹ ਉੱਥੇ ਦਿੱਤੀਆਂ, ਉਸ ਸਟੇਡੀਅਮ ਨੇ ਦਿੱਤੀਆਂ। ਔਰ ਇਹੋ ਜਿਹੇ ਜਿਹੜੇ ਸੋਸ਼ਲ ਕੰਮ ਕਰਕੇ ਮੈਨੂੰ ਵੀ ਬੜੀ ਖੁਸ਼ੀ ਹੁੰਦੀ ਆ। ਹੁਣ ਮੈਂ ਤਕਰੀਬਨ 71 ਸਾਲ ਦਾ ਹੋ ਗਿਆ। ਮੈਨੂੰ ਅੱਜ ਵੀ ਉਨਾ ਹੀ ਸ਼ੌਕ ਹੈ ਜਿੰਨਾ ਅੱਜ ਤੋਂ 40 ਸਾਲ ਪਹਿਲਾਂ ਸੀ, ਕਿ ਖੇਡਾਂ ਦੇ ਵਿੱਚ ਜਿਹੜਾ ਸਾਡੇ ਨੌਜਵਾਨਾਂ ਨੂੰ ਲਾਈਏ। ਖੇਡਾਂ ਵਿੱਚ ਇੱਕ ਤੇ ਜਿਹੜੀ ਆ ਉਹੋ ਹੀ ਬੱਚਾ ਚੰਗਾ ਪੜ੍ਹ ਲਿਖ ਸਕਦਾ ਜਿਹਦੀ ਸਿਹਤ ਸੋਹਣੀ ਆ। ਸਹੀ ਗੱਲ। ਉਹੀ ਬੱਚਾ ਅੱਗੇ ਬਿਜ਼ਨਸ 'ਚ ਵੱਧ ਸਕਦਾ ਜਿਹਦੀ ਸੋਹਣੀ ਸਿਹਤ ਆ। ਉਹਦੀ ਸੋਚ ਦਾ ਹੀ ਫਰਕ ਪੈ ਜਾਂਦਾ। ਜਿਹੜਾ ਬੰਦਾ ਖੇਡਾਂ ਖੇਡਦਾ ਔਰ ਉਹਦੀ ਜਿਹੜੀ ਸੋਚ ਆ ਉਹ ਸਾਫ਼ ਸੁਥਰੀ ਸੋਚ ਵਾਲਾ ਇਨਸਾਨ ਉਹ ਬਣਦਾ। ਸੋ ਮੈਂ ਤੇ ਸਾਰੇ ਆਪਣੇ ਨੌਜਵਾਨਾਂ ਨੂੰ ਜਿਹੜੇ ਅੱਜ ਭਟਕ ਗਏ ਆ, ਨਸ਼ਿਆਂ ਵਿੱਚ ਪੈ ਗਏ ਆ, ਹੋਰ ਮਾੜੇ ਕੰਮਾਂ 'ਚ ਪੈ ਗਏ ਆ, ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਸਾਡੇ ਪੰਜਾਬ ਦੀ ਜਿਹੜੀ ਮਿੱਟੀ ਆ, ਇਹ ਬਹੁਤ ਹੀ ਗੁਰੂਆਂ, ਪੀਰਾਂ, ਪੈਗੰਬਰਾਂ ਦੀ ਸਜੀਹੀ ਧਰਤੀ ਆ। ਬਿਲਕੁਲ ਪ੍ਰਦੇਸ਼। ਇਹ ਇੱਕ ਮੈਨੂੰ ਸ਼ੇਰ ਯਾਦ ਆਉਂਦਾ, ਇਹ ਮੇਰੇ ਪੰਜਾਬ ਦੀ ਮਿੱਟੀ ਆ, ਇਹਦਾ ਰੰਗ ਸੰਧੂਰੀ ਆ, ਇਹ ਗੋਰੀ ਚਿੱਟੀ ਆ, ਇਹਨੂੰ ਮੈਲੀ ਨਾ ਕਰੋ, ਇਹ ਮੇਰੇ ਪੰਜਾਬ ਦੀ ਮਿੱਟੀ ਆ। ਸੋ ਵੀਰੋ, ਨੌਜਵਾਨੋ, ਤੁਸੀਂ ਨਸ਼ੇ ਛੱਡ ਕੇ ਸਾਡੇ ਇਸ ਪੰਜਾਬ ਦੀ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸਜੀਹੀ ਧਰਤੀ ਆ, ਇਹਨੂੰ ਆਪਾਂ ਉਸੇ ਤਰ੍ਹਾਂ ਹੀ ਫਿਰ ਹੱਸਦਾ ਵਸਦਾ ਪੰਜਾਬ ਖੜਾ ਕਰੀਏ। ਨਸ਼ਿਆਂ ਤੋਂ ਦੂਰ ਹੋਵੋ, ਹੋਰ ਮਾੜੇ ਕੰਮਾਂ ਤੋਂ ਦੂਰ ਹੋਵੋ, ਔਰ ਆਪਣੀ ਵਿਦਿਆ ਜਿਹੜੀ ਤੁਸੀਂ ਲੈਂਦੇ ਆ
ਉਹਨੂੰ ਚੰਗੀ ਲੈ ਕੇ ਇੱਕ ਚੰਗੇ ਨਾਗਰਿਕ ਬਣੋ, ਚੰਗੇ ਸਮਾਜਕ ਸਮਾਜ ਦੇ ਬਣੋ ਔਰ ਚੰਗਾ ਪਰਿਵਾਰ ਸਿਰਜੋ, ਜਿਹਦੇ ਨਾਲ ਅਸੀਂ ਫਿਰ ਆਪਣੇ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਤੇ ਜਿਹੜੇ ਮੇਲੇ ਸੀ ਉੱਦਾਂ ਹੀ ਲੱਗਦੇ ਹੋਣ। ਇਹੀ ਮੇਰੀ ਖਾਸ਼ ਆ। ਹਾਂ ਚੰਨੀ ਸਾਹਿਬ, ਜਿਹੜਾ ਤੁਸੀਂ ਪੈਗਾਮ ਦਿੱਤਾ, ਹੁਣ ਸੁਨੇਹਾ ਦਿੱਤਾ ਸਾਡੇ ਨੌਜਵਾਨ ਮੁੰਡਿਆਂ ਨੂੰ, ਜਿਹੜੇ ਬੱਚੇ ਅੱਜ ਕੱਲ੍ਹ ਭਟਕ ਗਏ ਨੇ ਰਸਤਿਆਂ ਤੋਂ। ਪੁਰਾਣਾ ਪੰਜਾਬ ਜਿਹੜਾ ਸੀ, ਜਿਹੜਾ ਤੁਸੀਂ ਦੇਖਿਆ ਖਾਸ ਤੌਰ 'ਤੇ, ਕਿਉਂਕਿ ਤੁਹਾਡੀ ਉਮਰ ਤੁਸੀਂ ਦੱਸਿਆ 72-71 ਦੇ ਨੇੜੇ ਹੈ, ਔਰ ਤੁਸੀਂ ਪੰਜਾਬ ਬੜਾ ਹੱਸਦਾ ਵੱਸਦਾ ਵੇਖਿਆ ਪੰਜਾਬ। ਪਰ ਉਸ ਤੋਂ ਬਾਅਦ ਜਿਹੜੀ ਪੰਜਾਬ ਦੇ ਵਿੱਚ ਬੜੀਆਂ ਉੱਚੀਆਂ ਨੀਵਾਂ ਥਾਵਾਂ ਆਈਆਂ, ਜੋ ਮੈਦਾਨ ਸੀ ਉਹ ਬਿਲਕੁਲ ਮੈਦਾਨ ਨਹੀਂ ਰਿਹਾ, ਖੱਡੇ ਪੈ ਗਏ ਪੰਜਾਬ ਦੇ ਵਿੱਚ, ਔਰ ਉਹਨਾਂ ਨੂੰ ਤੁਸੀਂ ਪੂਰਾ ਕਰਨ ਲਈ ਯਤਨ ਵੀ ਕੀਤੇ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਕਾਸੂਪੁਰ ਦੇ ਵਿੱਚ ਸਟੇਡੀਅਮ ਆ, ਉਹਦੇ 'ਚ ਬੱਚਿਆਂ ਨੂੰ ਖਿਡਾਰੀ ਬਣਾਇਆ, ਬਹੁਤ ਉੱਚ ਪੱਧਰ ਦੇ ਖਿਡਾਰੀ। ਉਹਨਾਂ ਨੂੰ ਤੁਸੀਂ ਪੈਸਾ ਵੀ ਦਿੰਦੇ ਜੇ, ਰਿਫਰੈਸ਼ਮੈਂਟ ਵੀ ਦਿੰਦੇ ਜੇ, ਯੂਨੀਫਾਰਮ ਵੀ ਦਿੰਦੇ ਜੇ, ਤਮਗੇ ਦਿੰਦੇ ਜੇ, ਔਰ ਇਨਾਮ ਵੀ ਦਿੰਦੇ ਜੇ, ਬੜਾ ਕੁਝ ਦਿੰਦੇ ਜੇ। ਉਹ ਤਾਂ ਤੁਸੀਂ ਨੌਜਵਾਨਾਂ ਨੂੰ ਉੱਥੋਂ ਸੰਭਾਲ ਲਿਆ। ਪਰ ਜਿਹੜੀ ਹੁਣ ਦਲਦਲ ਆ, ਜਿਸ ਦੀ ਤੁਸੀਂ ਗੱਲ ਕੀਤੀ ਆ, ਜਿਹੜੇ ਚਿੱਕੜ ਵਿੱਚ ਫਸ ਗਏ ਬੱਚੇ, ਉਹਦੇ ਵਿੱਚ ਕੋਈ ਛੋਟਾ ਮੋਟਾ ਹੱਲ ਜਿਹੜਾ ਤੁਹਾਡੇ ਵੱਲੋਂ ਹੋਣਾ ਚਾਹੀਦਾ, ਕਿਉਂਕਿ ਤੁਸੀਂ ਬਹੁਤ ਵੱਡੇ ਕੰਮ ਕੀਤੇ ਆ ਔਰ ਲਾਰਜ ਸਕੇਲ 'ਤੇ ਕੰਮ ਕੀਤੇ ਆ। ਔਰ ਤੁਸੀਂ ਦੱਸਿਆ ਕਿ ਪੰਜਾਬ ਗੁਰੂਆਂ ਪੀਰਾਂ ਦਾ ਪੈਗਾਮ ਆ, ਇੱਥੇ ਉਹਨਾਂ ਦੇ ਉਪਦੇਸ਼ ਆ, ਗੁਰਬਾਣੀ ਆ। ਉਸ ਪੰਜਾਬ ਨੂੰ ਫਿਰ ਉਹਦਾ ਮੱਥਾ ਡੋਲਣ ਲਈ, ਉਹਦਾ ਚਿਹਰਾ ਮੋਹਰਾ ਬਦਲਣ ਲਈ ਤੁਸੀਂ ਕੁਝ ਹੋਰ ਇਸ ਬੱਚਿਆਂ ਨੂੰ ਉਸ ਜਗ੍ਹਾ 'ਤੇ ਲਿਆਉਣਾ ਚਾਹੋ ਜਿੱਥੇ ਬੱਚੇ, ਕਿਉਂਕਿ ਜੇ ਬੱਚੇ ਜਵਾਨ ਉਸ ਦੇਸ਼ ਦੇ ਤੰਦਰੁਸਤ ਆ, ਤਾਂ ਉਹ ਨੌਜਵਾਨ ਜਿਹੜੇ ਆ ਉਹ ਨਿਰਮਾਤਾ ਨੇ ਸਾਰੇ ਦੇਸ਼ ਨੂੰ ਫਿਰ ਉਹ ਵੱਡੀ ਬਾਗਡੋਰ ਲੈ ਕੇ ਅੱਗੇ ਲਿਜਾ ਸਕਦੇ ਆ। ਔਰ ਪੰਜਾਬ ਇੱਕ ਐਸਾ ਸੂਬਾ ਜਿੱਥੇ ਸਾਰੇ ਦੇਸ਼ ਦੀਆਂ ਅੱਖਾਂ ਨੇ ਕਿ ਇੱਥੋਂ ਮੁੰਡੇ ਜੋ ਕੁਝ ਬਣ ਗਏ। ਜਿਸ ਤਰ੍ਹਾਂ ਤੁਸੀਂ ਅੱਗੇ ਜ਼ਿਕਰ ਕੀਤਾ ਸੀ, ਜਨਰਲ ਕਰਨਲ ਜਿੰਨੇ ਵੀ ਨੇ ਮੁੰਡੇ ਪੰਜਾਬ ਦੇ ਹੋਏ ਆ, ਵੱਡੀਆਂ ਪੋਸਟਾਂ 'ਤੇ ਪੰਜਾਬ ਦੇ ਹੋਏ ਆ। ਹੁਣ ਪੜ੍ਹਾਈ ਦੇ ਪੱਖੋਂ ਥੋੜ੍ਹਾ ਜਿਹਾ ਪਿੱਛੇ ਰਹਿ ਰਹੇ ਆ ਔਰ ਬਾਹਰਲੇ ਦੇਸ਼ਾਂ ਵਿੱਚ ਜ਼ਿਆਦਾ ਵਹੀਰਾਂ ਘੱਟ ਰਹੇ ਆ, ਕਿਉਂ ਜਾਣ ਇਸ ਕਰਕੇ ਬੇਰੁਜ਼ਗਾਰੀ ਵੀ ਹੈ। ਪਰ ਮੈਂ ਜ਼ਿਆਦਾ ਗੱਲਾਂ ਨਹੀਂ ਕਰੂੰਗਾ, ਤੁਸੀਂ ਇੱਕ ਗੱਲ ਇਹ ਕਰੋ ਕਿ ਪੰਜਾਬ ਦੇ ਨੌਜਵਾਨਾਂ ਨੂੰ ਕਿਸ ਸਹੀ ਦਿਸ਼ਾ ਵਿੱਚ ਲੈ ਕੇ ਜਾਓਗੇ ਤੁਸੀਂ? ਦੇਖੋ, ਜਿਸ ਤਰ੍ਹਾਂ ਸਾਡੀ ਸੰਸਥਾ ਕੰਮ ਕਰਦੀ ਆ ਜੀ, ਜਿਹੜੇ ਸਾਧਨ ਆ ਉਹ ਸੀਮਤ ਆ। ਬਿਲਕੁਲ ਸਹੀ ਗੱਲ ਆ। ਇਹ ਸਰਕਾਰਾਂ ਹਾਂ ਨੂੰ ਜੋ ਕਰਨਾ ਚਾਹੀਦਾ ਉਹ ਅੱਜ ਸਾਡੀਆਂ ਜਿਹੜੀਆਂ ਪ੍ਰਾਈਵੇਟ ਸੰਸਥਾਵਾਂ ਹੈਗੀਆਂ, ਇੱਦਾਂ ਦੀਆਂ ਪ੍ਰਾਈਵੇਟ, ਉਹ ਕਰ ਰਹੀਆਂ। NGO ਜੇਕਰ ਸਰਕਾਰਾਂ ਕਿਤੇ ਪੂਰਾ ਸਾਥ ਦੇਣ, ਜੀ ਹਾਂ, ਤਾਂ ਮੈਂ ਕਹਿ ਸਕਦਾ ਕਿ ਜਿਹੜੀ ਸਾਡੇ ਪਿੰਡਾਂ ਦੀ ਨੁਹਾਰ ਆ ਉਹਨੂੰ ਬਹੁਤ ਛੇਤੀ ਬਦਲਿਆ ਜਾ ਸਕਦਾ। ਜੋ ਅੱਜ ਸਾਡਾ ਨੌਜਵਾਨ ਲਾਈਨ ਤੋਂ ਉਤਰ ਚੁੱਕਾ, ਉਹਨੂੰ ਮੁੜ ਕੇ ਲਾਈਨ ਤੇ ਚੜਾਇਆ ਜਾ ਸਕਦਾ। ਉਹਦੇ ਵਿੱਚ ਨੌਜਵਾਨਾਂ ਦਾ ਜਿਹੜਾ, ਮੈਂ ਕਹਿੰਦਾ ਵੀ ਉਹਦੇ ਵਿੱਚ ਜਿਹੜੇ ਉਹਨਾਂ ਦੇ ਮਾਂ-ਬਾਪ ਆ, ਜਿਹੜੇ ਸਾਡੇ ਬੱਚਿਆਂ ਦੇ, ਅਸੀਂ ਜਿੱਦਾਂ ਬੱਚੇ ਦੇ ਮਾਂ-ਬਾਪ ਆ, ਜੋ ਬੱਚਿਆਂ ਨੂੰ ਅਸੀਂ ਗਾਈਡ ਕਰ ਸਕਦੇ ਹਾਂ, ਉਹ ਹੋਰ ਕੋਈ ਸੰਸਥਾ ਨਹੀਂ ਕਰ ਸਕਦੀ। ਬਿਲਕੁਲ। ਮੈਂ ਮਾਂ-ਬਾਪ ਨੂੰ ਸੁਨੇਹਾ ਦਿੰਦਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜੋ, ਕਿ ਸਾਡਾ ਜਿਹੜਾ ਪੰਜਾਬੀ ਵਿਰਸਾ ਇੰਨਾ ਅਮੀਰ ਔਰ ਇੰਨਾ ਅਗਾਂਹ ਵਧੂਗਾ ਕਿ ਪੰਜਾਬੀ ਪੂਰੀ ਦੁਨੀਆ ਤੇ ਪੰਜਾਬੀ ਵਿਰਸੇ ਨਾਲ ਇੱਕ ਮਸ਼ਹੂਰ ਆ। ਬਹੁਤ ਹੀ ਸਾਡਾ ਜਿਹੜਾ ਵਿਰਸਾ ਅਮੀਰ ਵਿਰਸਾ ਹੈਗਾ, ਕਲਚਰ ਹੈਰੀਟੇਜ ਹੈ, ਉਹਨੂੰ ਅਸੀਂ ਸੰਭਾਲ ਕੇ ਆਪਣੇ ਅੱਗੇ ਤੋਰੀਏ। ਔਰ ਜਿਹੜੇ ਆਪਣੇ ਸਾਡੇ ਬੱਚੇ ਪ੍ਰਾਇਮਰੀ ਸਕੂਲਾਂ 'ਚ ਪੜ੍ਹਦੇ ਆ, ਹਾਈ ਸਕੂਲਾਂ 'ਚ ਪੜ੍ਹਦੇ ਆ, ਕਾਲਜਾਂ 'ਚ ਪੜ੍ਹਦੇ ਆ, ਉਹਨਾਂ ਨੂੰ ਅਸੀਂ ਨਸ਼ਿਆਂ ਤੋਂ ਕਿੱਦਾਂ ਦੂਰ ਕਰਨਾ, ਉਹਦੇ ਵਿੱਚ ਜਿੱਥੇ ਸਾਡੇ ਵਰਗੀਆਂ ਸੰਸਥਾਵਾਂ ਕੰਮ ਕਰ ਰਹੀਆਂ, ਉਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਮੈਂ ਸਮਝਦਾ ਕਿ ਮਾਂ-ਬਾਪ ਉਹ ਸਹਿਯੋਗ ਕਰਨ ਕਿ ਬੱਚੇ ਨੂੰ ਇਹਨਾਂ ਚੀਜ਼ਾਂ ਤੋਂ ਦੂਰ ਕਰਨ। ਜੇ ਬੱਚਿਆਂ ਨੂੰ ਅਸੀਂ ਇਹਨਾਂ ਚੀਜ਼ਾਂ ਤੋਂ ਦੂਰ ਕਰਨਾ, ਪਹਿਲਾਂ ਆਪਣੇ ਆਪ ਨੂੰ ਸਾਨੂੰ ਬਹੁਤ ਸੁਧਾਰ ਕਰਨਾ ਪਏਗਾ। ਆਪ ਮਾਡਲ ਬਣ ਕੇ ਦਿਖਾਉਣਾ। ਹਾਂ, ਆਪ ਮਾਂ-ਬਾਪ ਨੂੰ ਆਪ ਮਾਡਲ ਬਣ ਕੇ ਆਪਣੇ ਬੱਚਿਆਂ ਨੂੰ ਇੱਕ ਵਧੀਆ ਸੇਧ ਦੇ ਕੇ ਉਹ ਚੰਗੇ ਨਾਗਰਿਕ ਬਣਾਉਣ। ਪਹਿਲਾਂ ਉਹਨਾਂ ਨੂੰ ਚੰਗੀ ਵਿਦਿਆ ਦੇਣ। ਚੰਗੀ ਵਿਦਿਆ ਜਦੋਂ ਉਹਨਾਂ ਕੋਲ ਆ ਜਾਏਗੀ, ਉਹ ਆਪ ਸਮਝਦਾਰ ਹੋਣਗੇ ਔਰ ਚੰਗੇ ਨਾਗਰਿਕ ਬਣਨਗੇ, ਉਹਦੇ ਵਿੱਚ ਚੰਗੇ ਕੰਮ ਕਰਨਗੇ, ਉਹਦੇ ਵਿੱਚ ਚੰਗੇ ਜਿਹੜੇ ਸ਼ਹਿਰੀ ਬਣਨਗੇ। ਉਹ ਵਿਦਿਆ ਦੇ ਨਾਲ ਉਹਨਾਂ ਨੂੰ ਸਮਝ ਲੱਗ ਜਾਏਗੀ ਕਿ ਜਿਹੜੀ ਸਾਡਾ ਆਹ ਪੱਖ ਜਿਹੜਾ ਹੈ ਇਹ ਸਾਨੂੰ ਨੈਗੇਟਿਵ ਕਰੇਗਾ, ਆਹ ਪੱਖ ਸਾਨੂੰ ਪੋਜ਼ਿਟਿਵ ਕਰੇਗਾ। ਔਰ ਇੱਕ ਗੱਲ ਜਿਹੜੀ ਮੈਂ ਕਹਿਣਾ ਚਾਹੁੰਦਾ ਜਿੱਦਾਂ, ਕਿਉਂਕਿ ਮੈਂ ਦੁਨੀਆ ਵਿੱਚ ਬਹੁਤ ਵਿਚਰਿਆ, ਪੰਜਾਬ 'ਚ ਨਹੀਂ, ਭਾਰਤ 'ਚ ਨਹੀਂ, ਮੈਂ ਪੂਰੇ ਵਰਲਡ ਦੇ ਵਿੱਚ ਪਿਛਲੇ 40 ਸਾਲਾਂ 'ਚ ਬਹੁਤ ਲੰਮਾ ਚੌੜਾ ਵਿਚਰਿਆ। ਔਰ ਮੈਂ ਦੇਖਿਆ ਕਿ ਜਿੰਨੀ ਮਿਹਨਤ ਅਸੀਂ ਬਾਹਰ ਜਾ ਕੇ ਕਰਦੇ ਆ, ਉਨੀ ਮਿਹਨਤ ਅਸੀਂ ਆਪਣੇ ਮੁਲਕ ਦੇ ਵਿੱਚ ਰਹਿ ਕੇ, ਆਪਣੇ ਦੇਸ਼ ਵਿੱਚ, ਆਪਣੇ ਸੂਬੇ ਵਿੱਚ ਰਹਿ ਕੇ ਕਰੀਏ ਤਾਂ ਉਹ ਦਿਨ ਦੂਰ ਨਹੀਂ ਕਿ ਅਸੀਂ ਉਹਨਾਂ ਨੂੰ ਵੀ ਅੱਗੇ ਨਿਕਲ ਸਕਦੇ। ਸਹੀ ਗੱਲ। ਮੈਂ ਨੌਜਵਾਨਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ, ਚੰਗੀ ਵਿਦਿਆ ਦੇ ਨਾਲ ਨਾਲ
ਤੁਸੀਂ ਟੈਕਨੀਕਲ ਹੋਵੋ। ਜਿਸ ਤਰ੍ਹਾਂ ਮੈਂ ਆਪਣਾ ਜੀਵਨ ਦੱਸਿਆ ਕਿ ਮੈਂ ਪੜ੍ਹਾਈ ਦੇ ਨਾਲ ਨਾਲ ਇੱਕ ਬਹੁਤ ਚੰਗਾ ਮਕੈਨਿਕ ਹਾਂ ਬਣਿਆ, ਤੁਸੀਂ ਦੱਸਿਆ ਸਾਰਾ ਕੁਝ ਮਕੈਨਿਕ ਬਣਿਆ। ਮਕੈਨਿਕ ਔਰ ਮਕੈਨਿਕੀ ਦੇ ਵਿੱਚ ਮੈਂ ਇੰਨੀ ਕੁ ਮਹਾਰਤ ਹਾਸਲ ਕੀਤੀ ਕਿ ਮੈਂ ਮਤਲਬ ਬਹੁਤ ਉਸ ਫੀਲਡ 'ਚ ਕੰਮ ਕੀਤਾ। ਉੱਥੋਂ ਕੰਮ ਕਰਕੇ ਮੇਰੇ ਜਿਹੜੇ ਪੈਰ ਲੱਗੇ ਔਰ ਚੰਗੇ ਮੈਂ ਪੈਸੇ ਕਮਾਏ। ਔਰ ਉਹਦੇ ਨਾਲ ਹੀ ਮੈਂ ਫਿਰ ਟਰਾਂਸਪੋਰਟ ਲਾਈਨ ਨੂੰ ਅਡਾਪਟ ਕੀਤਾ। ਟਰਾਂਸਪੋਰਟ ਲਾਈਨ ਦੇ ਵਿੱਚ ਇੰਨਾ ਅੱਗੇ ਨਿਕਲਿਆ, ਫਿਰ ਉਹਦੇ ਨਾਲ ਹੀ ਮੈਂ ਫਾਈਨੈਂਸ ਦਾ ਜਿਹੜਾ ਆਪਣਾ ਕੰਮ ਸੀ 1981 ਦੇ ਵਿੱਚ RBI ਤੋਂ ਰਿਜ਼ਰਵ ਬੈਂਕ ਤੋਂ ਮੈਂ ਫਿਰ ਲਾਇਸੈਂਸ ਲੈ ਕੇ 1981 'ਚ ਫਾਈਨੈਂਸ ਦੇ ਧੰਦੇ ਨੂੰ ਜੁੜਿਆ। ਔਰ ਉਹਦੇ ਨਾਲ ਮੈਨੂੰ ਬੜੇ ਜਿਹੜੇ ਜੋ ਮੈਂ ਵਿਦੇਸ਼ਾਂ ਵਿੱਚ ਰਹਿ ਕੇ ਵੀ ਨਹੀਂ ਪੈਸਾ ਕਮਾ ਸਕਦਾ ਸੀ, ਉਹ ਮੈਂ ਇੱਥੇ ਆਪਣੇ ਮੁਲਕ ਦੇ ਵਿੱਚ ਰਹਿ ਕੇ ਚੰਗੀ ਇੱਜ਼ਤ ਲਈ, ਚੰਗਾ ਮਾਣ ਲਿਆ ਔਰ ਚੰਗੇ ਆਪਣੇ ਵਪਾਰਕ ਤੌਰ 'ਤੇ ਪੈਸਾ ਕਮਾਇਆ। ਔਰ ਅੱਜ ਮੈਂ ਜਲੰਧਰ ਦੇ ਵਿੱਚ ਸੈਟਲ ਆ। ਔਰ ਮੇਰੇ 2 ਬੱਚੇ, ਇੱਕ ਬੇਟੀ ਔਰ ਇੱਕ ਬੇਟਾ। ਬੇਟੀ ਮੇਰੀ ਅਮਰੀਕਾ 'ਚ ਵਿਆਹੀ ਆ, ਬੇਟਾ ਮੇਰਾ ਬਿਜ਼ਨਸ ਦੇਖਦਾ। ਮੈਂ ਜਿੱਦਾਂ ਇੱਕ ਪੜ੍ਹ ਲਿਖ ਕੇ ਬੰਦਾ ਨੌਕਰੀ ਕਰਦਾ, ਅਫਸਰ ਬਣਦਾ ਜਾਂ ਮੁਲਾਜ਼ਮ ਸਰਕਾਰੀ ਹੁੰਦਾ ਔਰ ਰਿਟਾਇਰ ਹੁੰਦਾ, ਮੈਂ ਬਿਜ਼ਨਸ ਵਿੱਚੋਂ ਵੀ ਰਿਟਾਇਰ ਹੋਇਆ। ਜੇ ਇੱਕ ਬਿਜ਼ਨਸਮੈਨ ਨੂੰ ਇੱਕ ਚੰਗੀ ਮਿਸਾਲ ਪੇਸ਼ ਕਰਨੀ ਮੈਂ ਕਿ ਬਿਜ਼ਨਸ ਦੇ ਵਿੱਚੋਂ ਵੀ ਰਿਟਾਇਰ ਹੋਇਆ ਜਾ ਸਕਦਾ। ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਆਪਣੇ ਬੱਚਿਆਂ ਨੂੰ ਸੰਭਾਲੋ, ਆਪਣਾ ਵਿਰਸਾ ਜਿਹੜਾ ਬੱਚਿਆਂ ਨੂੰ ਸੰਭਾਲੋ ਔਰ ਤੁਸੀਂ ਆਪਣੇ ਜਿਹੜੇ ਬੋਝ ਆ ਉਹਨੂੰ ਘਟਾਓ ਤੇ ਚੰਗੇ ਸ਼ਹਿਰੀ ਬਣ ਕੇ ਤੁਸੀਂ ਆਪਣਾ ਜਿਹੜਾ ਅਖੀਰਲਾ ਸਮਾਂ ਉਹ ਬਤੀਤ ਕਰੋ। ਪਰਮਾਤਮਾ ਦਾ ਨਾਮ ਲਓ, 10 ਨੌਂ ਦੀ ਜਿਹੜੀ ਕਿਰਤ ਕੀਤੀ ਆ ਉਹਨੂੰ ਵੰਡ ਕੇ ਛਕੋ। ਇਹੀ ਮੇਰੇ ਤੇ ਬੇਨਤੀ ਕਰਦਾ। ਵੈਸੇ ਹਰਬੰਸ ਸਿੰਘ ਚੰਦ ਜੀ, ਜੋ ਤੁਸੀਂ ਦੱਸਿਆ ਪੰਜਾਬ ਦੀ ਬਿਹਤਰੀ ਲਈ ਸਾਡੇ ਨੌਜਵਾਨਾਂ ਨੂੰ ਕਿ ਪੰਜਾਬ ਦੀ ਬਿਹਤਰੀ ਔਰ ਪੰਜਾਬ ਖੁਸ਼ਹਾਲ ਕਿਸ ਤਰ੍ਹਾਂ ਹੋ ਸਕਦਾ ਹੈ ਔਰ ਪੰਜਾਬ ਨੂੰ ਸਿਖਰਾਂ 'ਤੇ ਪਹੁੰਚਾਉਣ ਲਈ ਤੁਸੀਂ ਜੋ ਕੁਝ ਕੀਤਾ, ਮਿਹਨਤ ਕੀਤੀ ਔਰ ਮਿਹਨਤ ਦੇ ਪਿੱਛੇ ਤਾਂ ਕਾਮਯਾਬੀ ਹੈ ਹੀ ਹੈ ਕਿ ਜੇ ਅਸੀਂ ਮਿਹਨਤ ਕਰਾਂਗੇ, ਡਿਸਪਲਿਨ 'ਚ ਰਵਾਂਗੇ, ਅਨੁਸ਼ਾਸਨ 'ਚ ਰਵਾਂਗੇ ਤਾਂ ਅਸੀਂ ਮਿਹਨਤ ਕਰਕੇ ਬਹੁਤ ਦੂਰ ਤੱਕ ਜਾ ਸਕਦੇ ਹਾਂ। ਔਰ ਤੁਸੀਂ ਦੱਸਿਆ ਕਿ ਜਦੋਂ ਤੁਸੀਂ ਟੈਕਨੀਕਲ ਤੌਰ 'ਤੇ ਕੰਮ ਵੀ ਕੀਤਾ, ਪੜ੍ਹਨ ਦੇ ਨਾਲ ਨਾਲ ਸਿੱਖਿਆ ਵੀ ਆ, ਸਿੱਖਣ ਤੋਂ ਬਾਅਦ ਤੁਸੀਂ ਹਰ ਤਰ੍ਹਾਂ ਦੇ ਕੰਮ ਨੂੰ ਆਪਣੇ ਹੱਥੀਂ ਕੀਤਿਆ ਤਾਂ ਨਿਬੇੜਿਆ। ਔਰ ਜਦੋਂ ਜੀ ਡਿਗਨਿਟੀ ਆਫ ਲੇਬਰ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਤੁਸੀਂ ਆਪ ਉਹਨੂੰ ਪਰਵਾਹ ਕੀਤਾ ਔਰ ਆਪ ਉਹਦੇ 'ਤੇ ਚੱਲੇ। ਉਸੇ ਰਸਤੇ 'ਤੇ ਚੱਲ ਕੇ ਤੁਸੀਂ ਅੱਜ ਖੁਸ਼ਹਾਲੀ ਦੀਆਂ ਬਰੂਹਾਂ 'ਤੇ ਨਹੀਂ ਖੁਸ਼ਹਾਲੀ ਭੋਗ ਰਹੇ ਜੇ। ਔਰ ਇਸੇ ਤਰ੍ਹਾਂ ਇੱਕ ਮੀਰ ਤੱਕ ਹੀ ਮੀਰ ਦਾ ਸ਼ੇਰ ਹੈ कि बात अपनी अपने ही अंदाज से कहो, बात अपनी अपने अंदाज से कहो, मीर का शेर तो मीर का शेर है। क्योंकि जे जीना है तो स्टाइल अपना मेनटेन करो। जिस तरह हरबंस सिंह चंदी होਰਾਂ ने ਦੱਸਿਆ ਕਿ ਇਹਨਾਂ ਨੇ ਆਪਣਾ ਇੱਕ ਵਧੀਆ ਸ਼ਖਸੀਅਤ ਨੂੰ ਡਿਵੈਲਪ ਕਰ ਲਈ, ਜਿਹੜੀ ਸਰਵਪੱਖੀ ਵਿਕਾਸ ਕਰਨ ਲਈ ਇਹਨਾਂ ਨੇ ਭੱਜ ਦੌੜ ਵੀ ਕੀਤੀ, ਕੰਮ ਵੀ ਕੀਤੇ, ਆਪਣੇ ਮਾਤਾ ਪਿਤਾ ਦਾ ਜੋ ਕੁਝ ਵਿਰਸਾ ਸੀ ਉਹਨੂੰ ਸੰਭਾਲਿਆ ਵੀ, ਭਰਾਵਾਂ ਦੇ ਨਾਲ ਵੀ ਬੜਾ ਸਹਿਯੋਗ ਦਿੱਤਾ। ਔਰ ਇਹਨਾਂ ਦੀ ਜ਼ਮੀਨ ਇਸ ਵੇਲੇ ਬਹੁਤ ਖੁੱਲ੍ਹੀ ਜ਼ਮੀਨ ਹੈ, ਖੇਤੀਬਾੜੀ ਵੀ ਕਰਦੇ ਆ, ਬਾਗ ਬਗੀਚਾ ਵੀ ਲਾਇਆ ਇਹਨਾਂ ਨੇ, ਘਾਹ ਵੀ ਕਈ ਤਰ੍ਹਾਂ ਦੇ ਲਾਏ ਔਰ ਬਹੁਤ ਤਰ੍ਹਾਂ ਦੀ ਇਹਨਾਂ ਨੇ ਰੰਗ ਬਰੰਗੀ ਖੇਤੀ ਕੀਤੀ ਹੈ ਔਰ ਫਲਦਾਰ ਬੂਟੇ ਵੀ ਲਾਉਂਦੇ ਆ। ਹਰ ਚੀਜ਼ ਜਿਹੜੀ ਉਹਨਾਂ ਨੂੰ ਆਪ ਇਹਨਾਂ ਨੇ ਪਾਲਣ ਪੋਸ਼ਣ ਕੀਤਾ ਔਰ ਇਹਨਾਂ ਦੇ ਬੱਚੇ ਬੜੇ ਖੁਸ਼ਹਾਲ ਆ। ਇਹਨਾਂ ਦੱਸਿਆ ਅਮਰੀਕਾ 'ਚ ਵੀ ਆ ਔਰ ਬਾਹਰਲੇ ਦੇਸ਼ਾਂ 'ਚ ਵੀ ਆ। ਪਰ ਚੰਦੀ ਸਾਹਿਬ ਇੱਕ ਦੱਸੋ ਕਿ ਤੁਸੀਂ ਦੱਸਿਆ ਕਿ ਬੜੀ ਦੁਨੀਆ ਘੁੰਮੀ, ਬਹੁਤ ਗਏ ਆ, ਤੁਸੀਂ ਕਿਹੜੇ ਕਿਹੜੇ ਦੇਸ਼ਾਂ 'ਚ ਗਏ ਔਰ ਕੀ ਕੀ ਦੇਖਿਆ ਔਰ ਕੀ ਕੁਝ ਕਹਿਣਾ ਚਾਹੁੰਦੇ ਜੇ ਸਾਡੇ ਸਾਰੇ ਇਹਨਾਂ ਦਰਸ਼ਕਾਂ ਨੂੰ ਤੇ ਬੱਚਿਆਂ ਨੂੰ? ਸਰ ਬਲਕਾਰ ਸਿੰਘ, ਮੈਂ ਦੁਨੀਆ ਦੇ ਜਿਹੜੇ ਚੰਗੇ ਡਿਵੈਲਪ ਕੰਟਰੀ ਆ ਸਾਰੇ ਦੇਖੇ। ਗੁੱਡ। ਯੂਰਪ ਦੇਖਿਆ ਜੀ, ਇੰਗਲੈਂਡ ਜਾਣ ਦਾ ਬਹੁਤ ਵਾਰੀ ਮੌਕਾ ਮਿਲਿਆ। ਯੂਰਪ ਸਾਰਾ ਦੇਖਿਆ, ਅਮਰੀਕਾ ਦੇਖਿਆ ਔਰ ਕੈਨੇਡਾ ਵੀ ਲੰਮਾ ਚੌੜਾ ਦੇਖਿਆ। ਵਾਹ। ਔਰ ਕੈਨੇਡਾ ਦੀਆਂ, ਅਮਰੀਕਾ ਦੀਆਂ ਜਿਹੜੀਆਂ 52 ਸਟੇਟਾਂ ਦੇ ਵਿੱਚੋਂ ਮੈਂ ਮੈਕਸਿਮਮ ਅਮਰੀਕਾ ਘੁੰਮਿਆ, ਮੈਕਸਿਮਮ। ਓਕੇ, ਸਾਰੀਆਂ ਜਿਹੜੀਆਂ ਸਟੇਟਾਂ ਵਿੱਚ ਘੁੰਮੇ। ਵਾਹ। ਔਰ ਮੈਨੂੰ ਦੱਸ ਕੇ ਖੁਸ਼ੀ ਹੁੰਦੀ ਹੈ ਕਿ ਮੈਂ ਅਮਰੀਕਾ ਤੋਂ ਅੱਗੇ ਜਿਹੜੇ ਬਾਈ ਸ਼ਿਪ ਜਿਹੜੇ ਆ ਕਰੂਜ਼ ਹੈਗੇ, ਕਰੂਜ਼ ਤੋਂ ਅੱਗੇ ਜਾਣ ਦਾ ਵੀ ਮੈਨੂੰ ਜਿਹੜੀਆਂ ਬਹਮਸ ਵਗੈਰਾ, ਉਸ ਤੋਂ ਅੱਗੇ ਟਾਪੂ ਜਿਹੜੇ, ਉਹਨਾਂ ਦਾ ਵੀ ਜਾਣ ਦਾ ਮੌਕਾ ਮਿਲਿਆ। ਵਾਹ। ਔਰ ਉਹਨਾਂ ਤੋਂ ਬਹੁਤ ਕੁਝ ਸਿੱਖਿਆ, ਬਹੁਤ ਕੁਝ ਦੇਖਿਆ। ਉਹਦੇ ਨਾਲ ਜਿਹੜਾ ਜਿਵੇਂ ਜਿਵੇਂ ਬੰਦਾ ਆਪਣੇ ਘਰੋਂ ਨਿਕਲ ਕੇ ਬਾਹਰ ਪੈਰ ਰੱਖਦਾ, ਉਹ ਸਿੱਖਦਾ, ਸਿੱਖਣ ਵਾਲਾ ਹੋਣਾ ਚਾਹੀਦਾ। ਔਰ ਮੈਂ ਅੱਜ ਤੱਕ ਵੀ ਇੱਕ ਚੰਗਾ ਸਿਖਾਰੂ ਹਾਂ, ਸਿੱਖਦਾ ਵਾਂ। ਮੇਰੀ ਉਮਰ 71 ਸਾਲ ਦੀ ਹੋ ਗਈ। ਮੈਂ ਜਦੋਂ ਵੀ ਰੋਜ਼ ਸਵੇਰੇ ਬਾਹਰ ਨਿਕਲਦਾ, ਮੈਂ ਕੋਈ ਨਾ ਕੁਛ ਸਿੱਖ ਕੇ ਸਮਾਜ ਕੋਲੋਂ ਜਾਂਦਾ ਔਰ ਸ਼ਾਮ ਨੂੰ ਜਦੋਂ ਘਰ ਵਾਪਸ ਜਾਣਾ ਔਰ ਦੇਖਦਾ ਕਿ ਅੱਜ ਮੈਂ ਕੀ ਸਿੱਖ ਕੇ ਆਇਆ ਔਰ ਕੀ ਦੇਖਿਆ, ਪਲੱਸ ਮਾਈਨਸ ਕਰਕੇ ਫਿਰ ਮੇਰੇ ਮਨ ਨੂੰ ਬੜੀ ਤਸੱਲੀ ਹੁੰਦੀ ਆ। ਅਤੇ ਫਿਰ ਮੈਂ ਆਪਣੇ ਬੱਚਿਆਂ ਨੂੰ ਦੱਸਦਾ, ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸਦਾ, ਗਾਈਡ ਕਰਦਾ। ਔਰ ਮੈਂ ਜਿੰਨੀ ਦੁਨੀਆ ਦੇਖੀ, ਮੈਂ ਤਾਂ ਇਹੀ ਸਾਰੇ ਪੰਜਾਬੀਆਂ ਨੂੰ ਕਹੂੰਗਾ, ਘੁੰਮੋ ਫਿਰੋ ਸਾਰੀ ਦੁਨੀਆ 'ਚ, ਪਰ ਆਪਣਾ ਮੁਲਕ ਇਹਨੂੰ ਨਾ ਛੱਡੋ, ਆਪਣੇ ਵਿਰਸੇ ਨੂੰ ਨਾ ਭੁੱਲੋ। ਮੇਰੇ ਪਿਤਾ ਜੀ ਇੱਕ ਮੈਨੂੰ
ਸਾਨੂੰ ਤਿੰਨਾਂ ਭਰਾਵਾਂ ਨੂੰ ਕੋਲ ਬਹਾ ਕੇ ਗੱਲ ਕਰਦੇ ਹੁੰਦੇ ਸੀ ਔਰ ਉਸ ਗੱਲ 'ਚ ਬਹੁਤ ਵਜ਼ਨ ਅੱਜ ਮੈਂ ਦੇਖਦਾ ਉਹ ਸਾਨੂੰ ਛੱਡ ਕੇ ਭਾਵਾਂ ਚਲੇ ਗਏ ਪਰ ਉਹਨਾਂ ਦੀਆਂ ਗੱਲਾਂ ਜਿਹੜੀਆਂ ਅੱਜ ਵੀ ਕਿ ਤੁਸੀਂ ਸਾਰੀ ਦੁਨੀਆ 'ਚ ਘੁੰਮੋ ਪਰ ਆਪਣਾ ਮੁਲਕ ਨਾ ਛੱਡੋ ਜਿਹੜੀ ਤੁਹਾਡੀ ਜ਼ਮੀਨ ਜਾਇਦਾਦ ਆ ਜੱਦੀ ਉਹਨੂੰ ਖਰਾਬ ਨਾ ਕਰੋ ਸਹੀ ਜਿਹੜੀ ਇੱਕ ਜ਼ਮੀਨ ਆ ਇੱਕ ਇਹੋ ਜਿਹੀ ਆ ਜਿਹੜੀ ਇੱਕ ਮਾਂ ਤਰ੍ਹਾਂ ਜਿੱਦਾਂ ਛੋਟੇ ਬੱਚੇ ਨੂੰ ਮਾਂ ਦੁੱਧ ਪਿਲਾਉਂਦੀ ਆ ਜ਼ਮੀਨ ਜਿਹੜੀ ਆ ਉਹ ਤੁਹਾਨੂੰ ਹਮੇਸ਼ਾ ਰੋਟੀ ਦੇਗੀ ਮਾਂ ਹੀ ਹੈ ਧਰਤੀ ਉਹ ਇੱਕ ਮਾਂ ਦੀ ਤਰ੍ਹਾਂ ਉਹ ਰੋਟੀ ਦੇਗੀ ਜੀ ਕਈ ਵਾਰੀ ਘਰ ਦੇ ਵਿੱਚ ਇਹ ਫਾਦਰ ਸਾਹਿਬ ਦੇ ਲਫ਼ਜ਼ ਆ ਕੋਈ ਸਿਆਣਾ ਬੱਚਾ ਨਹੀਂ ਜੰਮਦਾ ਮੰਦਬੁੱਧੀ ਬੱਚਾ ਜੰਮ ਸਕਦਾ ਜੇ ਕੋਈ ਜ਼ਮੀਨ ਜਾਇਦਾਦ ਆ ਤਾਂ ਉਹਨੂੰ ਰੋਟੀ ਦੇਗੀ ਉਹਦਾ ਪਾਲਣਾ ਪੋਸ਼ਣ ਕਰੇਗੀ ਉਹਨੂੰ ਵਧੀਆ ਇੱਕ ਉਹਦਾ ਜੀਵਨ ਬਤੀਤ ਕਰਨ ਲਈ ਉਹ ਦੇਊਗੀ ਆਪਣੀ ਜ਼ਮੀਨ ਜਾਇਦਾਦ ਜਿਹੜੇ ਅੱਜ ਸਾਡੇ ਨੌਜਵਾਨ ਆ ਵਿਦੇਸ਼ਾਂ ਚਲੇ ਗਏ ਆਪਣੇ ਮਾਂ-ਬਾਪ ਨੂੰ ਕਹਿੰਦੇ ਕਿ ਜਾਇਦਾਦ ਨੂੰ ਵੇਚ ਕੇ ਜਿਹੜੇ ਪੈਸੇ ਤੁਸੀਂ ਲੈ ਕੇ ਆ ਕਰ ਲਓ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਜੀ ਕਿ ਇਸ ਜ਼ਮੀਨਾਂ ਜਾਇਦਾਦਾਂ ਜਿਹੜੇ ਸਾਡੇ ਵੱਡੇ ਬਜ਼ੁਰਗਾਂ ਨੇ ਬਣਾਈਆਂ ਸਾਡੇ ਫੋਰ ਫਾਦਰ ਨੇ ਬਣਾਈਆਂ ਪਿਓ ਦਾਦਿਆਂ ਨੇ ਬਣਾਈਆਂ ਉਹਨਾਂ ਨੂੰ ਇੰਨੀਆਂ ਸਸਤੀਆਂ ਨਾ ਸਮਝੋ ਉਹਨਾਂ ਨੇ ਆਪਣੇ ਖੂਨ ਪਸੀਨੇ ਦੀ ਮਿਹਨਤ ਕਰਕੇ ਇਹ ਪੰਜਾਬ ਨੂੰ ਸਾਡੇ ਭਾਰਤ ਨੂੰ ਬਣਾਇਆ ਇਹਨੂੰ ਅਸੀਂ ਉਸੇ ਤਰ੍ਹਾਂ ਹੀ ਹੱਸਦਾ ਵਸਦਾ ਰਸਦਾ ਦੇਖਣਾ ਚਾਹੁੰਦੇ ਆ ਔਰ ਇਹ ਆਪਣੀਆਂ ਜਾਇਦਾਦਾਂ ਨੂੰ ਨਾ ਵੇਚ ਕੇ ਬਾਹਰਲੇ ਮੁਲਕਾਂ 'ਚ ਪੈਸਾ ਲਿਜਾਓ ਇੱਥੇ ਹੀ ਤੁਸੀਂ ਆਪਣਾ ਜਿਹੜਾ ਉਸ ਵਿਰਸੇ ਨੂੰ ਕਾਇਮ ਰੱਖੋ ਸਾਰੀ ਦੁਨੀਆ 'ਚ ਘੁੰਮੋ ਜੀ ਸਾਰੀ ਦੁਨੀਆ 'ਚ ਕੰਮ ਕਰਕੇ ਆਪਣੇ ਪਿਛੋਕੜ ਨੂੰ ਯਾਦ ਰੱਖ ਕੇ ਇਸ ਵਿਰਸੇ ਨੂੰ ਨਾਲ ਜੁੜੇ ਰਹੋ ਇਹ ਮੇਰੀ ਹੱਥ ਜੋੜ ਕੇ ਸਾਰੇ ਹੀ ਪੰਜਾਬੀਆਂ ਨੂੰ ਬੇਨਤੀ ਆ ਵਾਹ ਹਰਬੰਸ ਸਿੰਘ ਚੰਦੀ ਜੀ ਬੜੀ ਖੂਬਸੂਰਤ ਗੱਲ ਹੈ ਔਰ ਬੜੀ ਕੰਮ ਆਉਣ ਵਾਲੀ ਗੱਲ ਹੈ ਤੁਸੀਂ ਗੱਲ ਕਿੱਥੋਂ ਲਈ ਹੈ ਤੁਸੀਂ ਆਪਣੇ ਫਾਦਰ ਤੋਂ ਗੁੜਤੀ ਵਾਂਗੂ ਜਿਹੜੀ ਗੱਲ ਉਹ ਅੱਗੇ ਪੇਸ਼ ਕੀਤੀ ਹੈ ਔਰ ਬੜੇ ਅੱਛੇ ਸੰਸਕਾਰ ਨਿਭਾਏ ਆ ਜੋ ਕੁਝ ਤੁਸੀਂ ਸਿੱਖਿਆ ਉਹਨਾਂ ਤੋਂ ਉਹ ਸਾਂਝਾ ਕੀਤਾ ਸਾਡੇ ਦਰਸ਼ਕਾਂ ਨਾਲ ਸਾਡੇ ਬੱਚਿਆਂ ਨਾਲ ਔਰ ਜਿਹੜੇ ਬੱਚੇ ਅੱਜ ਬਾਹਰ ਬੈਠੇ ਨੇ ਚਾਹੇ ਬਾਹਰ ਬੈਠੇ ਆ ਜੋ ਮਰਜ਼ੀ ਹੈ ਪਰ ਉੱਥੇ ਪੜ੍ਹਦੇ ਆ ਲਿਖਦੇ ਆ ਕਰਦੇ ਆ ਬੜਾ ਕੁਝ ਹੈਗਾ ਉਹ ਵੀ ਕੋਈ ਇਹ ਗੱਲ ਨਹੀਂ ਕੀ ਪਰ ਇਹਨਾਂ ਨੇ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਉਹ ਹੈਗੇ ਕਿ ਆਪਣੀ ਧਰਤੀ ਨੂੰ ਵੀ ਨਾ ਛੱਡੋ ਜੋ ਕਿ ਤੁਸੀਂ ਆਪਣੇ ਤੁਹਾਡੇ ਪੈਰ ਜਿੱਥੇ ਜੰਮੇ ਨੇ ਜਿੱਥੇ ਤੁਹਾਡੇ ਘਰ-ਬਾਰ ਹੈ ਜਿੱਥੇ ਤੁਹਾਡੀਆਂ ਛੱਤਾਂ ਨੇ ਜਿੱਥੇ ਤੁਹਾਡੇ ਖੇਤ ਨੇ ਉਹਨਾਂ ਨੂੰ ਅੰਜਾਈ ਨਾ ਦਿਓ ਨਾ ਇਹਨਾਂ ਨੂੰ ਇਸ ਤਰ੍ਹਾਂ ਵੇਚੋ ਇੱਥੇ ਜੇ ਬਣਾਉਣੀ ਹੈ ਪ੍ਰਾਪਰਟੀ ਬਣਾਓ ਜਾਇਦਾਦ ਬਣਾਓ ਅਤੇ ਆਪਣੇ ਦੇਸ਼ ਨੂੰ ਅਤੇ ਆਪਣੇ ਪੰਜਾਬ ਨੂੰ ਹੋਰ ਖੁਸ਼ਹਾਲ ਕਰੋ ਔਰ ਇਹਨਾਂ ਦੇ ਵੱਲ ਵੇਖੋ ਹਰਬੰਸ ਸਿੰਘ ਚੰਦੀ ਨੇ ਕਿੱਥੋਂ ਦੂਰੋਂ ਕੰਮ ਸ਼ੁਰੂ ਕੀਤਾ ਕਿੱਥੇ ਇਹਨਾਂ ਦੇ ਫਾਦਰ ਰਹੇ ਔਰ ਉਸ ਤੋਂ ਬਾਅਦ ਪਾਕਿਸਤਾਨ 'ਚ ਵੀ ਰਹੇ ਪਾਕਿਸਤਾਨ 'ਚੋਂ ਬਾਅਦ ਇਹਨਾਂ ਇੱਥੇ ਆਏ ਔਰ ਉਦੋਂ ਬਾਅਦ ਇਹ ਕਹਿੰਦੇ ਨੇ ਇਹਨਾਂ ਨੇ ਦੱਸਿਆ ਕਿ ਇੱਕ ਗਲਾਸ ਵੀ ਪਾਣੀ ਪੀਣ ਲਈ ਨਹੀਂ ਸੀ ਹੁੰਦਾ ਪਰ ਅੱਜ ਇਹਨਾਂ ਕੋਲ ਇੰਨੇ ਲੋੜਵੰਦ ਨੇ ਇੰਨੇ ਨੀਡੀ ਲੋਕ ਆਉਂਦੇ ਉਹਨਾਂ ਦੇ ਸਾਰੀਆਂ ਗੱਲਾਂ ਪੂਰੀਆਂ ਕਰ ਦਿੰਦੇ ਨੇ ਕਿਉਂਕਿ ਇਹਨਾਂ ਨੂੰ ਗੁਰੂ ਮਹਾਰਾਜ ਦੀ ਫਿਰ ਉਸੇ ਤਰ੍ਹਾਂ ਬਖਸ਼ਿਸ਼ ਨਾਲ ਇਹਨਾਂ ਦੇ ਪੈਰ ਉਸੇ ਤਰ੍ਹਾਂ ਲੱਗੇ ਨੇ ਔਰ ਇਹਨਾਂ ਕੋਲ ਪ੍ਰਾਪਰਟੀ ਵੀ ਅੰਤਾਂ ਦੀ ਹੈ ਦੋਸਤ ਮਿੱਤਰ ਵੀ ਅੰਤਾਂ ਦੇ ਆ ਔਰ ਇਹਨਾਂ ਦਾ ਦਾਇਰਾ ਬਹੁਤ ਖੂਬਸੂਰਤ ਦਾਇਰਾ ਬਹੁਤ ਅੱਛਾ ਸਰਕਲ ਇਹਨਾਂ ਦਾ ਫਰੈਂਡਸ਼ਿਪ ਦਾ ਔਰ ਮੇਰਾ ਖਿਆਲ ਹੈ ਕਿ ਇਸ ਤਰ੍ਹਾਂ ਜੇ ਤੁਹਾਡੇ ਨਾਲ ਇੱਕ ਅੱਧੀ ਹੋਰ ਗੱਲ ਸਾਂਝੀ ਕਰਨਗੇ ਕਿਉਂਕਿ ਪ੍ਰੋਗਰਾਮ ਦਾ ਸਮਾਂ ਇਸ ਵੇਲੇ ਪੂਰਾ ਹੈਗਾ ਤੁਸੀਂ ਛੋਟਾ ਜਿਹਾ ਇੱਕ ਸੁਨੇਹਾ ਆਪਣੇ ਦੋਸਤਾਂ ਨੂੰ ਮਿੱਤਰਾਂ ਨੂੰ ਵੈਸੇ ਤੁਹਾਡੇ ਨਾਲ ਮੈਨੂੰ ਪਤਾ ਕਿ ਬਿਊਰੋਕਰੇਸੀ ਦੇ ਬਹੁਤ ਵੱਡੇ ਅਫਸਰ ਵੀ ਦੋਸਤ ਰਹੇ ਆ ਜਿਹੜੇ ਪ੍ਰਸਾਰ ਭਾਰਤੀ ਦੇ CEO ਨੇ ਬਲਜੀਤ ਸਿੰਘ ਲਾਲੀ ਜੀ ਉਹ ਵੀ ਤੁਹਾਡੇ ਕੋਲ ਆਉਂਦੇ ਰਹੇ ਆ ਜੇਲ੍ਹ ਖਾਨੀ ਸਾਹਿਬ ਆਏ ਨੇ ਕਸ਼ਮੀਰ ਦੇ ਜਿੰਨੇ ਡਾਇਰੈਕਟਰ ਦੂਰਦਰਸ਼ਨ ਦੇ ਤੁਹਾਡੇ ਦੋਸਤ ਮਿੱਤਰ ਸੀ ਤੁਸੀਂ ਉਹਨਾਂ ਨੂੰ ਇੱਥੇ ਆਪਣੇ ਫਾਰਮ ਹਾਊਸ 'ਤੇ ਬੁਲਾਉਂਦੇ ਵੀ ਰਹੇ ਜੇ ਨਵੇਂ ਸਾਲ ਦੇ ਪ੍ਰੋਗਰਾਮ ਵੀ ਹੁੰਦੇ ਰਹੇ ਉੱਥੇ ਔਰ ਮੇਲੇ ਵੀ ਲੱਗਦੇ ਰਹੇ ਔਰ ਚੰਗੇ ਕਲਾਕਾਰਾਂ ਨੂੰ ਤੁਸੀਂ ਪ੍ਰਮੋਟ ਵੀ ਕਰਦੇ ਰਹੇ ਇਹ ਤੁਹਾਡੀ ਇੱਕ ਆਪਣੀ ਬਿਹਤਰੀਨ ਜਿਹੜੀ ਸੋਚ ਹੈ ਔਰ ਤੁਸੀਂ ਛੋਟਾ ਜਿਹਾ ਇੱਕ ਮੈਸੇਜ ਆਪਣੇ ਸਾਂਝੇ ਦੋਸਤਾਂ ਨਾਲ ਸਾਂਝਾ ਕਰੋ ਮੈਂ ਸਾਰੇ ਹੀ ਪੰਜਾਬੀਆਂ ਨੂੰ ਜੀ ਆਪਣੇ ਦੋਸਤਾਂ ਮਿੱਤਰਾਂ ਨੂੰ ਇੱਕੋ ਹੀ ਗੱਲ ਕਹਿਣੀ ਚਾਹਾਂਗਾ ਜੀ ਕਿ ਜੋ ਸਾਡੇ ਗੁਰੂ ਨਾਨਕ ਸਾਹਿਬ ਨੇ ਸੰਦੇਸ਼ ਦਿੱਤਾ ਮਿਹਨਤ ਕਰੋ 10 ਨਾਵਾਂ ਦੀ ਕਿਰਤ ਕਰੋ ਜ਼ਰੂਰ 10 ਨਾਵਾਂ ਦੀ ਕਿਰਤ ਕਰਕੇ ਨਾਮ ਜਪੋ ਫਿਰ ਵੰਡ ਛਕੋ ਵਾਹ ਜਿਸ ਘਰ ਦੇ ਵਿੱਚ ਜਿਸ ਦੇਸ਼ ਦੇ ਵਿੱਚ ਨਾਮ ਜਪੋ ਵੰਡ ਛਕੋ ਅਤੇ ਕਿਰਤ ਕਰੋ ਦਾ ਸੰਦੇਸ਼ ਲਾਗੂ ਆ ਉਹ ਪਰਿਵਾਰ ਉਹ ਘਰ ਹਮੇਸ਼ਾ ਤਰੱਕੀ ਕਰਦਾ ਉਹ ਦੇਸ਼ ਹਮੇਸ਼ਾ ਤਰੱਕੀ ਕਰਦਾ ਔਰ ਉਹ ਆਲਾ ਦੁਆਲਾ ਹਮੇਸ਼ਾ ਤਰੱਕੀ ਕਰਦਾ ਔਰ ਮੇਰੇ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਦੋਸਤ ਮਿੱਤਰ ਹਰ ਖੇਤਰ ਦੇ ਵਿੱਚ ਮੈਂ ਤਾਂ ਕਈ ਵਾਰੀ ਹੈਰਾਨ ਰਹਿ ਜਾਂਦਾ ਕਿ ਪਰਮਾਤਮਾ ਕਿੱਡਾ ਵੱਡਾ ਬੇਅੰਤ ਆ ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੋਂ ਜੇ ਬੋਲੇ ਇਹਾਂ ਉਹਾਂ ਸੱਚ ਹੋਵੇ ਉਹ ਗੱਲਾਂ ਜਿਹੜੀਆਂ ਤੁਸੀਂ ਕਦੇ ਆਪਣੇ ਜਹਿਨ ਦੇ ਵਿੱਚ ਸੋਚੀਆਂ ਨਹੀਂ ਸੀ ਔਰ ਸੋਚਦੇ ਆ ਉਹ ਪਰਮਾਤਮਾ ਨੂੰ ਪੂਰੀਆਂ ਕਰਦਾ ਉਸੇ ਤਰ੍ਹਾਂ ਹੀ ਉਸ ਸੰਦੇਸ਼ ਦੇ ਅਨੁਸਾਰ ਮੇਰੇ ਹਰ ਖੇਤਰ ਦੇ ਵਿੱਚ ਦੋਸਤ ਮਿੱਤਰ ਪੋਲੀਟੀਕਲੀ ਔਰ ਬਿਊਰੋਕਰੇਟਸ ਔਰ ਹਰ ਤਰ੍ਹਾਂ ਦੇ ਮੇਰੇ ਜਿਹੜੇ 10 9 ਦੀ ਕਿਰਤ ਕਰਦਾ ਮੈਂ ਔਰ ਵੰਡ ਕੇ ਛਕਦਾ
ਉਹ ਆਪਣੇ ਦੋਸਤ ਮਿੱਤਰ ਵੀ ਮੇਰੇ ਬਹੁਤ ਸਾਰੇ ਇਦਾਂ ਦੇ ਆ ਜਿਹੜੇ ਮੇਰੇ ਨਾਲ ਮੋਢੇ ਨਾਲ ਮੋਢਾ ਦੇ ਕੇ ਉਹ ਦਹਾਨਾਵੀ ਦੀ ਕਿਰਤ ਕਰਕੇ ਮੇਰੇ ਨਾਲ ਉਹ ਅੱਗੇ ਵਧੇ ਆ ਔਰ ਵਧੇ ਆ। ਔਰ ਮੈਂ ਤੇ ਸਾਰੇ ਪੰਜਾਬੀਆਂ ਨੂੰ ਇਹੀ ਬੇਨਤੀ ਕਰਦਾ ਕਿ ਗੁਰੂ ਸਾਹਿਬ ਦੇ ਸੰਦੇਸ਼ ਨੂੰ ਮੰਨਦੇ ਹੋਏ ਤੁਸੀਂ ਸਾਰੇ ਆਪਣੇ ਦੇਸ਼ ਵਿੱਚ ਰਹਿ ਕੇ ਵਿਦੇਸ਼ ਵਿੱਚ ਰਹਿ ਕੇ ਮਿਹਨਤ ਕਰੋ, ਦਸਾਂ ਨਾਵਾਂ ਦੀ ਕਿਰਤ ਕਰੋ ਔਰ ਵੰਡ ਕੇ ਛਕੋ ਔਰ ਆਪਣੇ ਪੰਜਾਬ ਨੂੰ ਕਦੀ ਨਾ ਭੁੱਲੋ। ਇਹੀ ਮੇਰਾ ਸਾਰੇ ਪੰਜਾਬੀਆਂ ਨੂੰ ਸੰਦੇਸ਼ ਹੈ। ਇੰਨਾ ਹੀ ਕਹਿੰਦਾ ਹੋਇਆ ਮੈਂ ਖਿਮੰਦਾ ਜਾ ਚੁੱਕਾ। ਵਾਹ ਜੀ ਬਹੁਤ ਬਹੁਤ ਜਿਸ ਤਰ੍ਹਾਂ ਤੁਸੀਂ ਕਿਹਾ ਸਾਡੇ ਦਰਸ਼ਕਾਂ ਨਾਲ ਇੱਕ ਬੜਾ ਪਿਆਰ ਭਰਿਆ ਸੰਦੇਸ਼ ਔਰ ਗੁਰੂ ਸਾਹਿਬਾਨ ਦਾ ਦਿੱਤਾ ਪੈਗਾਮ ਜਿਹੜਾ ਮੈਸੇਜ ਆ ਉਹ ਸਾਰਿਆਂ ਨਾਲ ਸਾਂਝਾ ਕੀਤਾ। ਔਰ ਮੇਰਾ ਖਿਆਲ ਹੈ ਕਿ ਜਿਸ ਤਰ੍ਹਾਂ ਤੁਸੀਂ ਇਸ ਜ਼ਿੰਦਗੀ ਨੂੰ ਭੋਗ ਰਹੇ ਜੇ, ਜਿਸ ਤਰ੍ਹਾਂ ਤੁਸੀਂ ਖੁਸ਼ਹਾਲੀ ਵੱਲ ਵਧੇ ਜੇ ਔਰ ਇਹ ਸੁਨੇਹਾ ਸਾਰਿਆਂ ਨਾਲ ਸਾਂਝਾ ਕੀਤਾ। ਔਰ ਗੁਰੂ ਸਾਹਿਬਾਨ ਨੇ ਇਹ ਵੀ ਕਿਹਾ ਹੈ, 10ਵੇਂ ਪਾਤਸ਼ਾਹ ਨੇ, ਦੇਸ਼ ਸੇਵਾ ਬਰਮੋਹੀ ਇਹ शुभ कर्मन ते कब हो न टरो अर सो जब जाए लरूं निश्चय कर अपनी जीत करूं अर सिख हूँ अपने ही मन को ये लालच हों गुण कौन तब उचरो जब आपकी औद निदान बने निश्चय कर अपनी जीत करो। इसी तरह ही ਅਸੀਂ ਸਾਰੇ ਦੋਸਤਾਂ ਨਾਲ ਉਹਨਾਂ ਦਾ ਪੈਗਾਮ ਸਾਂਝਾ ਕੀਤਾ ਔਰ ਚੰਦੀ ਸਾਹਿਬ ਦੀ ਸਾਰੀ ਗੱਲਬਾਤ ਤੁਹਾਡੇ ਤੱਕ ਪਹੁੰਚਾਈ। ਔਰ ਮੇਰਾ ਖਿਆਲ ਹੈ ਕਿ ਅਸੀਂ ਫਿਰ ਇਹਨਾਂ ਨੂੰ ਗਾਏ ਬਗਾਏ ਆਪਣੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਕਰਦੇ ਰਹਾਂਗੇ। ਔਰ ਬਹੁਤ ਅੱਛਾ ਬੋਲਦੇ ਨੇ, ਬਹੁਤ ਅੱਛੀਆਂ ਗੱਲਾਂ ਕਰਦੇ ਨੇ ਕਿਉਂਕਿ ਪ੍ਰੈਕਟੀਕਲ ਕੰਮ ਕੀਤਾ ਇਹਨਾਂ ਨੇ। ਇਹਨਾਂ ਸਿੱਖੀ ਸਿਖਾਈ ਕੋਈ ਗੱਲ ਨਹੀਂ ਕੀਤੀ, ਇਹਨਾਂ ਨੇ ਖੋਜ ਕੀਤੀ ਹੈ, ਕੰਮ ਕੀਤਾ ਔਰ ਇਹਨਾਂ ਦਾ ਕੰਮ ਬੋਲਦਾ ਹੈ। ਔਰ ਇਸੇ ਤਰ੍ਹਾਂ ਹੀ ਅਸੀਂ ਹੁਣ ਤੁਹਾਡੇ ਤੋਂ ਇਜਾਜ਼ਤ ਮੰਗਦੇ ਹਾਂ ਅਤੇ ਇਸੇ ਤਰ੍ਹਾਂ ਮਿਲਦੇ ਰਹਾਂਗੇ। ਓਕੇ ਜੀ, ਸਤਿ ਸ੍ਰੀ ਅਕਾਲ।